ਅਖੰਡ ਸਾਹਿਬ ਦਾ ਭੋਗ ਪੈਂਦਾ ਜਾਂ ਆਥਣ ਦੇ ਟਾਈਮ ਆਪਾਂ ਰਹਿਰਾਸ ਦਾ ਪਾਠ ਹੁੰਦਾ ਤੇ ਬਾਅਦ ਚੋਂ ਤੁਸੀਂ ਕਥਾ ਕਰਦੇ ਹੋ, ਤੁਸੀਂ ਉਹਨੂੰ ਜਿੱਥੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਸੁਣਿਆ ਬਾਅਦ ਚੋਂ ਇੰਗਲਿਸ਼ ਦੇ ਵਿੱਚ ਵੀ ਉਹਨੂੰ ਟਰਾਂਸਲੇਟ ਕਰਦੇ ਹੋ। ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਸ ਤਰ੍ਹਾਂ ਦੀ ਪਿਰਤ ਹੌਲੀ ਹੌਲੀ ਪੈ ਰਹੀ ਆ ਵੀ ਇੱਥੋਂ ਦੇ ਕਹਿਣ ਦੇ ਮੁਤਾਬਕ ਕਈ ਵਾਰੀ ਬੱਚੇ ਕਹਿੰਦੇ ਜੀ ਅਸੀਂ ਅੰਡਰਸਟੈਂਡ ਨਹੀਂ ਕਰਦੇ, ਤੁਸੀਂ ਉਹਨੂੰ ਕਿੱਦਾਂ ਦੇਖਦੇ? देखो जिहड़ा गुरुद्वारा साहब की एक मान मर्यादा है जिन्होंने ਅਸੀਂ सिक्खी कोड ऑफ कंडक्ट कहने हैं, रहत मर्यादा। उस रहत मर्यादा दे विच ना तो अपने तौर पर मैं कोई तब्दीली कर सकदा ते ना कोई कल्ला जहनी तौर पर इस रूप में सोच सकदा, क्योंकि ये साडी एक पंथक मर्यादा ते पंथक जिहड़े साडे आगू ने श्री अकाल तख्त साहब तो या पूरा कौमी जिहड़ा एक पूरा दा पूरा स्ट्रक्चर आ उहदी सहमति तो बिना किसी किस्म की तब्दीली या कुछ भी लियाउणा बिल्कुल नावाजिब है ते मूर्खता कही जाएगी उसनूं। ਕੀ ਤੁਸੀਂ ਮੰਨਦੇ ਹੋ ਵੀ ਬਗੈਰ ਉੱਤੇ ਬਾਣੀ ਦੀਆਂ ਤੁਕਾਂ ਜਾਂ ਬਾਣੀ ਉੱਤੇ ਲਿਖਣ ਤੋਂ ਬਗੈਰ ਅਸੀਂ ਕੀ ਉਹਨੂੰ ਇੰਗਲਿਸ਼ ਦੇ ਵਿੱਚ ਥੱਲੇ ਦਿਖਾ ਸਕਦੇ ਹਾਂ? ਵੱਖਰੇ ਵੱਖਰੇ ਜ਼ਬਾਨਾਂ ਦੇ ਅੱਖਰਾਂ ਦੇ ਅੰਦਰ ਕਿਸੇ ਚੀਜ਼ ਨੂੰ ਐਜ਼ ਇਟ ਇਜ਼ ਹੂ ਬਹੂ ਉਹਦਾ ਉਲੱਥਾ ਜਾਂ ਉਸ ਰੂਪ ਵਿੱਚ ਉਹਨੂੰ ਜਿਹੜਾ ਹੈਗਾ ਉਹ ਲਿਖ ਦੇਣਾ, ਜਿਵੇਂ ਇਹਨੂੰ ਪੁੰਗਲਿਸ਼ ਕਿਹਾ ਜਾਂਦਾ ਹੈ। ਰੋਮਨ ਲੈਟਰਸ ਦੇ ਵਿੱਚ ਗੁਰਬਾਣੀ ਦੇ ਗੁਟਕੇ, ਪਰ ਉਹਨਾਂ ਗੁਟਕਿਆਂ ਦੇ ਵਿੱਚ ਵੀ ਮੈਂ ਜਿੰਨੀ ਕੁ ਮੇਰੀ ਨੌਲੇਜ ਹੈਗੀ ਹੈ, ਜਿੰਨੇ ਕੁ ਪਬਲਿਸ਼ਰਸ ਮੈਂ ਦੇਖੇ ਨੇ, ਉੱਤੇ ਉਹ ਗੁਰਮੁਖੀ ਅੱਖਰਾਂ 'ਚ ਜਿਹੜਾ ਹੈਗਾ ਪੂਰੀ ਪੰਕਤੀ ਲਿਖਦੇ ਨੇ, ਥੱਲੇ ਉਹ ਪੁੰਗਲਿਸ਼ ਜਿਹੜੀ ਕਿ ਉਸ ਤਰੀਕੇ ਨਾਲ ਪ੍ਰੋਨਾਊਂਸੀਏਸ਼ਨ ਹੈ ਉਹਦੀ ਉਸ ਰੂਪ ਵਿੱਚ ਇਹ ਦੁਨੀਆ ਪੱਧਰ ਤੇ ਹੁੰਦੀ ਹੈ, ਜਿਹਦੀ ਭਾਵਨਾ ਇਹ ਹੋਏ ਕਿ ਓਕੇ ਮੈਂ ਇਸ ਚੀਜ਼ ਨੂੰ ਜਿਹੜਾ ਮੇਨ ਚੀਜ਼ ਆ ਜਿਹਦੇ ਚੋਂ ਸਾਰੀ ਇਨਫੋਰਮੇਸ਼ਨ ਮਿਲ ਰਹੀ ਹੈ ਉਹਨੂੰ ਮੈਂ ਲੀਵ ਕਰ ਰਿਹਾ। ਸਪੋਜ਼ ਕਰੋ ਉੱਥੇ ਲਿਖਣ ਵਾਲੇ ਤੋਂ ਥੱਲੇ ਕੋਈ ਗਲਤੀ ਹੋ ਗਈ, ਭਈ ਫਿਰ ਉਸ ਨੂੰ ਅਸੀਂ ਮੈਚ ਕਿਹਦੇ ਨਾਲ ਕਰਾਂਗੇ? ਉੱਪਰਲੀ ਚੀਜ਼ ਸਾਰੀ ਨੂੰ ਛੱਡ ਦਿਓ ਤੇ ਥੱਲੇ ਉਸ ਨੂੰ ਭਾਸ਼ਾਂਤਰਣ ਦੇ ਰੂਪ ਦੇ ਵਿੱਚ ਲਿਖ ਦਿਓ ਸਾਰੇ ਨੂੰ, ਉਹਦਾ ਕੀ ਬਣੇਗਾ ਆਪ ਸੋਚ ਕੇ ਦੇਖੋ। ਜੋ ਸਾਡੇ ਕੋਲ ਸਿੱਖੀ ਕੋਡ ਆਫ ਕੰਡਕਟ 'ਚ ਪ੍ਰਾਪਤ ਹੋਇਆ ਹੈਗਾ ਉਸ ਨੂੰ ਐਜ਼ ਇਟ ਇਜ਼ ਫੋਲੋ ਕਰਨਾ। ਹਾਂ, ਜਿੱਥੇ ਤੁਹਾਨੂੰ ਲੱਗਦਾ ਹੈ ਕੁਝ ਕਿਸੇ ਕਿਸਮ ਦੇ ਨਾਲ ਸਾਨੂੰ ਕੋਈ ਮੋਡੀਫਿਕੇਸ਼ਨ ਜਾਂ ਸਾਨੂੰ ਥੋੜਾ ਬਹੁਤਾ ਤਬਦੀਲੀ ਚੇਂਜ ਦੀ ਲੋੜ ਹੈ ਤੇ ਉਹਦੇ ਵਿੱਚ ਕੌਮੀ ਆਵਾਜ਼ ਬਣੋ। ਐਵੇਂ ਆਪਣੀਆਂ ਪਿਰਤਾਂ ਨਾ ਤੋਰੋ, ਤੁਸੀਂ ਆਪਣੀ ਤੋਰ ਲਈ, ਮੈਂ ਆਪਣੀ ਤੋਰ ਲਈ, ਦੂਜੇ ਨੇ ਆਪਣੀ ਤੋਰ ਲਈ, ਤੇ ਫਿਰ ਜਿਹੜਾ ਸਿੱਖੀ ਦਾ ਮੁਹਾਜ ਸ਼ਿਰਾਜ਼ਾ ਗੁਰੂ ਸਾਹਿਬ ਨੇ ਬੰਨਿਆ ਸੀਗਾ ਉਹਦਾ ਕੀ ਬਣੇਗਾ? ਗੁਰਦੁਆਰੇ ਦਾ ਮਾਹੌਲ, ਉੱਥੇ ਕਿਸੇ ਨੂੰ ਅੰਗੇਜ ਕਰਨਾ, ਗੁਰਮਤ ਆਸ਼ੇ ਨੂੰ ਸਮਝਣ ਸਮਝਾਉਣ ਵਾਸਤੇ ਤੇ ਗੁਰਦੁਆਰਾ ਆ, ਤੇ ਗੁਰਦੁਆਰੇ ਦੇ ਵਿੱਚ ਹੀ ਅਸੀਂ ਗੁਰੂ ਆਸ਼ੇ ਨੂੰ ਸਮਝਣ ਸਮਝਾਉਣ ਦੀ ਬਜਾਏ ਆਪਣੀ ਮਨਮੱਤਾ ਕਰਾਂਗੇ, then we're going to learn the ਗੁਰਮਤ। ਇਹ ਸਿਰਫ ਸਭ ਤੋਂ ਪਹਿਲਾਂ ਸਾਰੇ ਜਿਹੜੇ ਲੋਕ ਨੇ, ਜਿਹੜਾ ਕੋਈ ਸੁਣਦਾ ਉਹਨਾਂ ਅੱਗੇ ਬੇਨਤੀ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਉਣ। ਜੇ ਪੰਜਾਬੀ ਨਹੀਂ ਪੜ੍ਹਾਉਣਗੇ ਤਾਂ ਕਲਚਰ ਵੀ ਨਹੀਂ ਸਿਖਾਉਣੀ, ਤਾਂ ਅਸੀਂ ਸਾਰਾ ਕੁਛ ਆਪਦਾ ਵਿਰਸਾ ਵੀ ਗਵਾ ਲਾਂਗੇ। ਜਦੋਂ ਵੀਡੀਓ ਬਣਾਉਣ ਲੱਗਦੇ ਨੇ ਕਦੇ ਕੁਛ ਕਰ ਲੈਂਦੇ ਕਦੇ ਕੁਛ ਕਰ ਲੈਂਦੇ ਆ, ਇਦਾਂ ਦੀ ਮਤਲਬ ਤੁਹਾਨੂੰ ਕੀ ਲੱਗਦਾ ਇਹਨਾਂ ਦੀ ਮਾਨਸਿਕਤਾ ਇਦਾਂ ਦੀ ਹੋ ਜਾਂਦੀ ਹੈ ਕਿ ਵੈਸੇ ਹੀ ਉਹ ਹਰਕਤਾਂ ਕਰਦੇ ਜਾਂ ਆਪਣੇ ਆਪ ਨੂੰ ਕੁਛ ਵੱਡਾ ਦਿਖਾਉਣਾ ਚਾਹੁੰਦੇ ਆ? ਜਦੋਂ ਅਸੀਂ ਆਪ ਹੀ ਖਿਲਵਾੜ ਕਰਨ ਲੱਗ ਪਏ ਨਾ ਧਰਮ ਦਾ ਤੇ ਆਪਣੀ ਮਰਿਆਦਾ ਦਾ, ਤੇ ਫਿਰ ਕੌਮ ਦੇ ਨਾਲ ਇਹੀ ਕੰਮ ਹੁੰਦੇ ਰਹਿਣੇ ਆ। ਕੌਮ ਠੋਕਰਾਂ ਹੀ ਖਾਂਦੀ ਰਹੂਗੀ, ਫਿਰ ਕੌਮ ਨੂੰ ਕਿਤੇ ਢੋਈ ਨਹੀਂ ਮਿਲਦੀ। ਜੇ ਅਸੀਂ ਸਿੱਖੀ ਅਸੂਲ ਤੇ ਸਿੱਖੀਜ਼ਮ ਦੇ ਮੁਤਾਬਕ ਚੱਲੀਏ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਸਾਨੂੰ ਸਾਰੀ ਦੁਨੀਆ ਤੇ ਜਾਣ ਤੋਂ, ਸਾਨੂੰ ਦੁਨੀਆ ਤੇ ਰਾਜ ਕਰਨ ਤੋਂ ਵੀ ਰੋਕ ਨਹੀਂ ਸਕਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਰੈਕਸਟੇਲ ਗੁਰੂ ਘਰ ਬੈਠੇ ਹਾਂ ਜੀ, ਜਿੱਥੇ ਇੱਕ ਅੱਜ ਕੱਲ੍ਹ ਗੱਲ ਸੁਣਨ ਨੂੰ ਮਿਲ ਰਹੀ ਹੈ ਜਿਹੜੀ ਆਮ, ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਵੈਨਕੂਵਰ ਦੀ ਗੱਲ ਆ ਇਹ ਜੀ, ਜਿਹਦੇ ਵਿੱਚ ਲਾਵਾਂ ਫੇਰੇ ਜਿਹਨੂੰ ਕਿਹਾ ਜਾਂਦਾ ਵੀ ਭਾਸ਼ਾ ਤੋਂ ਹਟ ਕੇ, ਸਾਡੀ ਬਾਣੀ ਤੋਂ ਹਟ ਕੇ ਅੰਗਰੇਜ਼ੀ ਦੇ ਵਿੱਚ ਜਿਹੜੀ ਲਾਵਾਂ ਫੇਰੇ ਲਏ ਗਏ, ਔਰ ਉਹਦੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਇਹਦੇ ਵਿੱਚ, ਉਹਦੇ ਵਿੱਚ ਵੀ ਕੁਛ ਹਾਸੇ ਹੂਸੇ ਦੀ ਗੱਲ ਆਈ ਜੀ, ਜਿਹਦੇ ਵਿੱਚ ਕੋਈ ਜਿਵੇਂ ਆਪਾਂ ਚਰਚ ਦੇ ਵਿੱਚ ਇੱਕ ਕੋਈ ਕਿਸ ਵਗੈਰਾ ਕਰ ਲੈਂਦੇ ਨੇ, ਬਾਅਦ 'ਚ ਉਹਨਾਂ ਨੇ ਇਸ ਤਰ੍ਹਾਂ ਦੀ ਵੀ ਜਿਹੜੀ ਘਟਨਾ ਸੁਣਨ ਨੂੰ ਮਿਲੀ। ਔਰ ਪਰ ਜਿਹੜਾ ਸਾਡਾ ਅੱਜ ਦੀ ਮੇਨ ਜਿਹੜਾ ਮਤਲਬ ਇੱਥੇ ਗੱਲ ਕਰਨ ਦਾ ਇਹ ਹੈ ਜੀ ਵੀ ਕੀ ਇਹ ਸੰਭਵ ਹੈ, ਔਰ ਜੇ ਸੰਭਵ ਆ ਤਾਂ ਕਿਸ ਹੱਦ ਤੱਕ ਸੰਭਵ ਆ। ਔਰ ਸਾਡੇ ਨਾਲ ਕੁਝ ਪਦਵੰਤੇ ਸੱਜਣ ਨੇ, ਜਿਹਦੇ ਵਿੱਚ ਪ੍ਰਧਾਨ ਸਾਹਿਬ ਬੈਠੇ ਨੇ, ਭਾਈ ਸਾਹਿਬ ਬੈਠੇ ਨੇ, ਇਹ ਕਥਾ ਕਰਦੇ ਨੇ, ਇਹ ਆਪਣੇ ਹਮੇਸ਼ਾ ਹੀ ਜ਼ਿਆਦਾਤਰ ਸਮਝਾਉਂਦੇ ਨੇ ਇੱਥੋਂ ਦੀ ਪੀੜ੍ਹੀ ਨੂੰ, ਕਿਉਂਕਿ ਉਹ ਐਕਸਪਲੇਨ ਕਰਦੇ ਨੇ, ਟਰਾਂਸਲੇਟ ਕਰਦੇ ਨੇ ਇੰਗਲਿਸ਼ ਦੇ ਵਿੱਚ, ਔਰ ਮਾਸਟਰ ਜੀ ਬੈਠੇ ਨੇ। ਸੋ ਆਪਾਂ ਇਹਨਾਂ ਤੋਂ ਸ਼ੁਰੂ ਕਰਦੇ ਹਾਂ। ਸੋ ਭਾਈ ਸਾਹਿਬ ਪਹਿਲਾਂ ਤਾਂ ਜੀ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ, ਕੀ ਤੁਸੀਂ ਕੀ ਮੰਨਦੇ ਹੋ ਜੀ ਇਹ ਜਿਹੜੀ ਗੱਲ ਆਪਾਂ ਕਰ ਰਹੇ ਸੀ ਜਿੱਥੋਂ ਸ਼ੁਰੂ ਕੀਤਾ ਜੀ, ਕੀ ਮੰਨਦੇ ਹੋ? ਇੱਥੇ ਤੁਸੀਂ ਤਾਂ ਰੋਜ਼ ਇਸ ਮਤਲਬ ਤੁਹਾਡਾ ਵਾਹ ਪੈਂਦਾ ਜੀ, ਔਰ ਰੋਜ਼ ਤੁਸੀਂ ਕਥਾ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਤੁਸੀਂ ਕੀ ਮੰਨਦੇ ਹੋ?
ਦੇਖੋ ਜਿਹੜਾ ਗੁਰਦੁਆਰਾ ਸਾਹਿਬ ਦੀ ਇੱਕ ਮਾਨ ਮਰਿਆਦਾ ਹੈ ਜਿਹਨੂੰ ਅਸੀਂ ਸਿੱਖੀ ਕੋਡ ਆਫ ਕੰਡਕਟ ਕਹਿੰਦੇ ਆ, ਰਹਿਤ ਮਰਿਆਦਾ। ਉਸ ਰਹਿਤ ਮਰਿਆਦਾ ਦੇ ਵਿੱਚ ਨਾ ਤੇ ਆਪਣੇ ਤੌਰ ਤੇ ਮੈਂ ਕੋਈ ਤਬਦੀਲੀ ਕਰ ਸਕਦਾ ਤੇ ਨਾ ਕੋਈ ਇਕੱਲਾ ਜ਼ਹਿਨੀ ਤੌਰ ਤੇ ਇਸ ਰੂਪ ਵਿੱਚ ਸੋਚ ਸਕਦਾ, ਕਿਉਂਕਿ ਇਹ ਸਾਡੀ ਇੱਕ ਪੰਥਕ ਮਰਿਆਦਾ ਤੇ ਪੰਥਕ ਜਿਹੜੇ ਸਾਡੇ ਆਗੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਪੂਰਾ ਕੌਮੀ ਜਿਹੜਾ ਇੱਕ ਪੂਰਾ ਦਾ ਪੂਰਾ ਸਟਰਕਚਰ ਆ ਉਹਦੀ ਸਹਿਮਤੀ ਤੋਂ ਬਿਨਾਂ ਕਿਸੇ ਕਿਸਮ ਦੀ ਤਬਦੀਲੀ ਜਾਂ ਕੁਝ ਵੀ ਲਿਆਉਣਾ ਇਹ ਬਿਲਕੁਲ ਨਾ ਵਾਜਬ ਹੈ ਤੇ ਮੂਰਖਤਾ ਕਹੀ ਜਾਏਗੀ ਇਸ ਨੂੰ, ਕਿਉਂਕਿ ਇਹ ਨਾ ਤੇ ਇਸ ਤਰੀਕੇ ਦੇ ਨਾਲ ਹੋ ਸਕਦਾ ਕਿ ਅਸੀਂ ਆਪ ਹੁਦਰੇਪਨ ਦੇ ਵਿੱਚ ਆ ਕੇ ਤੇ ਜਿਹੜੇ ਸਾਡੇ ਕਸਟਮਸ ਨੇ, ਜਿਹੜੀਆਂ ਸਾਡੀਆਂ ਰਹੋ ਰੀਤਾਂ ਨੇ, ਜਿਹੜੀਆਂ ਸਾਡੀ ਇੱਕ ਰਹਿਣੀ ਰਹਿਤ ਦਾ ਪੂਰਾ ਸੰਕਲਪ ਆ, ਉਸ ਸਾਰੇ ਨੂੰ ਅਸੀਂ ਆਪ ਹੀ ਡੈਮੇਜ ਕਰੀਏ। ਸੋ ਇਹ ਨਾ ਕਿਸੇ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਤੇ ਇਹ ਟੋਟਲੀ ਅਸੋਭ ਨਹੀਂ ਹੈ। ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਅਕਸਰ ਤੁਹਾਨੂੰ ਅਸੀਂ ਵੀ ਦੇਖਦੇ ਹਾਂ ਜੀ, ਜਦੋਂ ਕਿਸੇ ਦੀ ਵਿਆਹ ਸ਼ਾਦੀ ਹੁੰਦੀ ਹੈ ਜੀ, ਕੋਈ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਜਾਂ ਆਥਣ ਦੇ ਟਾਈਮ ਆਪਾਂ ਰਹਿਰਾਸ ਦਾ ਪਾਠ ਹੁੰਦਾ, ਤੇ ਬਾਅਦ 'ਚੋਂ ਤੁਸੀਂ ਕਥਾ ਕਰਦੇ ਹੋ, ਤੁਸੀਂ ਉਹਨੂੰ ਜਿੱਥੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਸੁਣਿਆ ਬਾਅਦ 'ਚੋਂ ਇੰਗਲਿਸ਼ ਦੇ ਵਿੱਚ ਵੀ ਉਹਨੂੰ ਟਰਾਂਸਲੇਟ ਕਰਦੇ ਹੋ। ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਸ ਤਰ੍ਹਾਂ ਦੀ ਪਿਰਤ ਹੌਲੀ ਹੌਲੀ ਪੈ ਰਹੀ ਆ ਵੀ ਇੱਥੋਂ ਦੇ ਕਹਿਣ ਦੇ ਮੁਤਾਬਕ ਕਈ ਵਾਰੀ ਬੱਚੇ ਕਹਿੰਦੇ ਜੀ ਅਸੀਂ ਅੰਡਰਸਟੈਂਡ ਨਹੀਂ ਕਰਦੇ, ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ ਗੱਲ ਇਹ ਹੈ ਕਿ ਜਿਹੜਾ ਗੁਰਬਾਣੀ ਐਜ ਏ ਸਕ੍ਰਿਪਟ ਦੇ ਤੌਰ ਤੇ ਹੈਗੀ ਹੈ, ਜਿਹੜੇ ਸਾਡੇ ਅਧਿਆਤਮਿਕ ਕਿਰਿਆਕਲਾਪ ਨੇ, ਕਰਮ ਨੇ ਸਾਰੇ ਦੇ ਸਾਰੇ, ਉਹ ਗੁਰਮੁਖੀ ਸਕ੍ਰਿਪਟ ਦੇ ਵਿੱਚ, ਲਿਪੀ ਦੇ ਵਿੱਚ ਹੀ ਪੜ੍ਹੇ ਜਾਣਗੇ, ਉਹਦੇ ਵਿੱਚ ਹੀ ਅਲਾਪੇ ਜਾਣਗੇ, ਉਹਦੇ ਵਿੱਚ ਹੀ ਉਸੇ ਹੀ ਸਾਊਂਡ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਸੰਗਤ ਤੱਕ ਪਹੁੰਚਦਾ ਕੀਤਾ ਜਾਏਗਾ। ਇਹ ਕਲੀਅਰ ਹੋ ਗਿਆ ਵੀ ਜਿਹੜੀ ਗੁਰਮੁਖੀ ਲਿਪੀ ਦੇ ਵਿੱਚ ਜਿਨ੍ਹਾਂ ਸਾਊਂਡਸ ਨਾਲ ਲਿਖੀ ਗਈ ਹੈ ਉਸੇ ਰੂਪ ਦੇ ਵਿੱਚ ਉਸ ਨੂੰ ਕੀਤਾ ਜਾਏ। ਹਾਂ, ਜਦੋਂ ਉਹਦੀ ਕੋਈ ਟਰਾਂਸਲੇਸ਼ਨ ਜਾਂ ਇੰਟਰਪ੍ਰੀਟੇਸ਼ਨ ਹੁੰਦੀ ਹੈ, ਉਹਦੇ ਵਿੱਚ ਅਸੀਂ ਡਿਫਰੈਂਟ ਸਮੇਂ ਦੇ ਮੁਤਾਬਕ ਭਾਸ਼ਾਵਾਂ ਨੂੰ ਉਹਨਾਂ ਦੀ ਟਰਾਂਸਲੇਸ਼ਨ ਵਾਸਤੇ ਯੂਜ਼ ਵੀ ਕਰਦੇ ਹਾਂ। ਜਿਵੇਂ ਆਪਾਂ ਸਾਊਥ ਏਸ਼ੀਅਨ ਖਿੱਤੇ ਦੀ ਬਾਤ ਕਰੀਏ, ਜਿੱਥੇ ਕੋਈ ਜ਼ਿਆਦਾ ਉਰਦੂ ਪ੍ਰਭਾਵਿਤ ਇਲਾਕਾ ਹੈਗਾ, ਜਦੋਂ ਉੱਥੇ ਬਾਤ ਕੀਤੀ ਜਾਂਦੀ ਹੈ ਉੱਥੋਂ ਕਈ ਵਾਰੀ ਉਰਦੂ ਜ਼ਬਾਨ ਦੇ ਕੁਝ ਲਫ਼ਜ਼ ਉਹਨਾਂ ਨੂੰ ਦੱਸੇ ਜਾਂਦੇ ਵੀ ਭਾਈ ਇਹਦਾ ਮਾਇਨਾ ਆ ਬਣਦਾ, ਜਾਂ ਜਿੱਥੇ ਜ਼ਿਆਦਾਤਰ ਬ੍ਰਿਜ ਜਾਂ ਹਿੰਦੀ ਭਾਸ਼ਾ ਬੋਲਦੇ ਲੋਕ ਉਹਨਾਂ ਦੀ ਬਾਤ ਕੀਤੀ ਜਾਂਦੀ। ਸਾਡੇ ਦਾਨਿਸ਼ਮੰਦ ਗਿਆਨੀ ਸੰਤ ਸਿੰਘ ਮਸਕੀਨ ਜੀ ਈਵਨ ਉਹ ਕਈ ਇਲਾਕਿਆਂ ਦੇ ਵਿੱਚ ਕਥਾ ਹਿੰਦੀ 'ਚ ਕਰਦੇ ਸੀ ਜਾ ਕੇ, ਅਜੇ ਤੱਕ ਰਿਕਾਰਡਿੰਗ ਪਈ ਸਾਡੇ ਕੋਲ। ਬਹੁਤ ਸਾਰੇ ਸੱਜਣ ਅੱਜ ਵੀ ਹੈਗੇ ਨੇ, ਮੈਂ ਖੁਦ ਜਿਹੜਾ ਹੈਗਾ ਲੈਕਚਰ ਕਰਦਾ ਰਿਹਾ ਹਿੰਦੀ ਦੇ ਵਿੱਚ, ਇੰਗਲਿਸ਼ ਦੇ ਨਾਲ ਇੱਥੇ। ਜਿਹੜਾ ਇਹ ਚੀਜ਼ਾਂ ਨੇ ਇਹ ਜ਼ਰੂਰੀ ਨੇ ਸਮਝਾਉਣ ਵਾਸਤੇ, ਪਰ ਜਦੋਂ ਬਾਤ ਆਉਂਦੀ ਗੁਰਬਾਣੀ ਦੀ, ਗੱਲ ਗੁਰਬਾਣੀ ਦੀ ਧਾਰਾ ਨੂੰ ਜਿਵੇਂ ਗੁਰਬਾਣੀ ਲਿਖੀ ਹੈ ਉਵੇਂ ਹੀ ਪ੍ਰੋਨਾਉਂਸ ਕਰਨਾ, ਤੇ ਜਿਹੜੇ ਉਹਦੇ ਨਾਲ ਰਿਲੇਟਡ ਸਾਡੇ ਸਾਰੇ ਦੇ ਸਾਰੇ ਜਿਹੜੇ ਸਾਡੇ ਸੰਸਕਾਰ ਨੇ, ਜਿਵੇਂ ਤੁਸੀਂ ਆਨੰਦ ਸੰਸਕਾਰ ਦੀ ਗੱਲ ਕੀਤੀ ਹੈਗੀ ਹੈ, ਉਹਦੇ ਅੰਦਰ ਜੋ ਸਿੱਖੀ ਕੋਡ ਆਫ ਕੰਡਕਟ, ਜੋ ਸਿੱਖੀ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ ਆ, ਉਸ ਨੂੰ ਉਸ ਤਰੀਕੇ ਨਾਲ ਤੋੜਨਾ ਵੀ ਸਮਝ ਨਹੀਂ ਆਉਂਦਾ ਜਾਂ ਕੁਝ ਹੋਰ ਕਿਸਮ ਟੁੱਚਰਬਾਜੀ ਦੇ ਨਾਲ, ਦੈਟਸ ਟੋਟਲੀ ਅਨਐਕਸੈਪਟੇਬਲ। ਹਾਂ, ਉਹਦੀ ਸਮਝਾਉਣ ਵਾਸਤੇ ਕੋਈ ਉਹਦੀ ਟਰਾਂਸਲੇਸ਼ਨ ਕਰਨੀ ਹੈ, ਕੋਈ ਐਕਸਪਲੇਨੇਸ਼ਨ ਕਰਨੀ ਹੈ, ਹਾਂ ਉਹ ਹਮੇਸ਼ਾ ਰਹੀ। ਗੁਰੂ ਸਾਹਿਬ ਨੇ ਆਪ ਸਾਨੂੰ ਅਲਾਉ ਕੀਤਾ, ਗੁਰੂ ਸਾਹਿਬ ਨੇ ਇੰਨੀਆਂ ਭਾਸ਼ਾਵਾਂ ਨੂੰ ਗੁਰਬਾਣੀ 'ਚ ਇਸਤੇਮਾਲ ਕੀਤਾ, ਸਾਡੇ ਵਾਸਤੇ ਪਿਰਤ ਪਾਈ ਸਰੂਪ ਵਿੱਚ। ਪਰ ਜਿਹੜੀ ਇੱਕ ਰਹਿਣੀ ਰਹਿਤ ਦਾ ਸੰਕਲਪ ਆ, ਜਿਹੜਾ ਇੱਕ ਸਾਡਾ ਨਿਜ਼ਾਮ ਆ, ਜਿਹੜਾ ਕੌਮੀ ਨਿਜ਼ਾਮ ਆ, ਉਸ ਨੂੰ ਤੋੜਨਾ ਇਹ ਅਨਐਕਸੈਪਟੇਬਲ ਹੈ। ਕਿਉਂਕਿ ਤੁਸੀਂ ਮੰਨਦੇ ਹੋ ਕਿ ਜਦੋਂ ਆਪਾਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਆਪਾਂ ਪੰਕਤੀ ਲੈ ਲੈਂਦੇ ਹਾਂ ਜੀ, ਕੋਈ ਵੀ ਮੰਨ ਲਓ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉਹ ਜੇ ਆਪਾਂ ਇੱਕ ਗੱਲ ਕੀਤੀ ਜਾਵੇ, ਇੱਕ ਪੰਜਾਬੀ ਦੇ ਅੱਖਰ ਦੀ ਸੱਚ, ਇੰਗਲਿਸ਼ ਦੇ ਵਿੱਚ ਟਰੁੱਥ ਆ ਗਿਆ ਜੀ, ਉਹ 2 ਅੱਖਰ ਹੈ, ਉਹ 5 ਘੱਟੋ ਘੱਟ ਆਉਂਦੇ ਆ। ਸਾਡਾ ਪੰਜਾਬੀ ਦੇ ਨਾਲ ਕਈ ਪੰਜਾਬੀ ਦੇ ਐਸੇ ਵਰਡ ਆ ਜਿਹੜੇ ਜਿਹਦੇ 'ਚ ਇੰਗਲਿਸ਼ ਦਾ ਕੋਈ ਮੀਨਿੰਗ ਹੀ ਹੈ ਨਹੀਂ, ਔਰ ਇੰਗਲਿਸ਼ ਦੇ ਐਸੇ ਵਰਡ ਪੰਜਾਬੀ 'ਚ ਕੋਈ ਮੀਨਿੰਗ ਹੈ ਨਹੀਂ। ਕੀ ਤੁਸੀਂ ਮੰਨਦੇ ਹੋ ਵੀ ਬਗੈਰ ਉੱਤੇ ਬਾਣੀ ਦੀਆਂ ਤੁਕਾਂ ਜਾਂ ਬਾਣੀ ਉੱਤੇ ਲਿਖਣ ਤੋਂ ਬਗੈਰ ਅਸੀਂ ਕੀ ਉਹਨੂੰ ਇੰਗਲਿਸ਼ ਦੇ ਵਿੱਚ ਥੱਲੇ ਦਿਖਾ ਸਕਦੇ ਹਾਂ? ਇਹ ਤੁਸੀਂ ਮੰਨਦੇ ਹੋ ਕਿ ਉੱਤੇ ਸਾਨੂੰ ਲਿਖਣਾ ਪਵੇਗਾ ਪਹਿਲਾਂ, ਜਿਵੇਂ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਫਿਰ ਉੱਤੇ ਲਿਖ ਗੋਡ ਇਜ਼ ਵਨ, ਲਾਈਕ ਇੱਦਾਂ ਦਿਖਾਉਣਾ ਪਏਗਾ ਕਿ ਸਿਰਫ ਇਕੱਲਾ ਹੀ? ਕਿਉਂਕਿ ਗੁਟਕਾ ਸਾਹਿਬ ਵੀ ਇਹਦੇ ਵਿੱਚ ਹੈਗੇ ਆ ਜੀ, ਤੇ ਇੱਕ ਬੜੇ ਮੇਰੇ ਖਿਆਲ ਗੋਰੇ ਨੇ, ਆਪਣੇ ਇੱਕ ਕੋਈ ਗੋਰੇ ਨੇ, ਉਹਨਾਂ ਨੇ ਵੀ ਮੇਰੇ ਖਿਆਲ ਸ਼ਾਇਦ ਲੱਥਾ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਜੀ। ਇਸ ਨੂੰ ਲਿਪਿਆਂਤਰਣ ਕਿਹਾ ਜਾਂਦਾ ਹੈਗਾ, ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਵੱਖਰੇ ਵੱਖਰੇ ਜ਼ਬਾਨਾਂ ਦੇ ਅੱਖਰਾਂ ਦੇ ਅੰਦਰ ਕਿਸੇ ਚੀਜ਼ ਨੂੰ ਐਜ਼ ਇਟ ਇਜ਼ ਹੂ ਬਹੂ ਉਹਦਾ ਉਲੱਥਾ ਜਾਂ ਉਸ ਰੂਪ ਵਿੱਚ ਉਹਨੂੰ ਜਿਹੜਾ ਹੈਗਾ ਉਹ ਲਿਖ ਦੇਣਾ। ਜਿਵੇਂ ਇਹਨੂੰ ਪੁੰਗਲਿਸ਼ ਕਿਹਾ ਜਾਂਦਾ, ਰੋਮਨ ਲੈਟਰਸ ਦੇ ਵਿੱਚ ਗੁਰਬਾਣੀ ਦੇ ਗੁਟਕੇ, ਪਰ ਉਹਨਾਂ ਗੁਟਕਿਆਂ ਦੇ ਵਿੱਚ ਵੀ ਮੈਂ ਜਿੰਨੀ ਕੁ ਮੇਰੀ ਨੌਲੇਜ ਹੈਗੀ ਹੈ, ਜਿੰਨੇ ਕੁ ਪਬਲਿਸ਼ਰਸ ਮੈਂ ਦੇਖੇ ਨੇ, ਉੱਤੇ ਉਹ ਗੁਰਮੁਖੀ ਅੱਖਰਾਂ 'ਚ ਜਿਹੜਾ ਹੈਗਾ ਪੂਰੀ ਪੰਕਤੀ ਲਿਖਦੇ ਨੇ, ਥੱਲੇ ਉਹ ਪੁੰਗਲਿਸ਼
ਜਿਹੜੀ ਕਿ ਉਸ ਤਰੀਕੇ ਨਾਲ ਪ੍ਰੋਨਾਊਂਸੀਏਸ਼ਨ ਹੈ ਉਹਦੀ ਉਸ ਰੂਪ ਵਿੱਚ, ਤੇ ਇਹ ਦੁਨੀਆ ਪੱਧਰ ਤੇ ਹੁੰਦੀ ਹੈ। ਜਿਵੇਂ ਆਪਾਂ ਇੱਥੇ ਬੱਚਿਆਂ ਨੂੰ ਫ੍ਰੈਂਚ ਸਿਖਾਉਂਦੇ ਆ ਤੇ ਫ੍ਰੈਂਚ ਦੇ ਵਿੱਚ ਉਹਨੂੰ ਤੇ ਜਿਹੜੀ ਫ੍ਰੈਂਚ ਲਿਖ ਕੇ ਥੱਲੇ ਫ੍ਰੈਂਚ ਦੇ ਨਾਲ ਉਸੇ ਕਿਸਮ ਦੇ ਨਾਲ ਇੰਗਲਿਸ਼ ਦੇ ਦੱਸਿਆ ਜਾਂਦਾ ਵੀ ਐਵੇਂ ਐਵੇਂ ਕਰਕੇ ਉਹਨੂੰ ਪ੍ਰੋਨਾਊਂਸ ਕਰਨਾ। ਜਾਂ ਅਸੀਂ ਡਿਕਸ਼ਨਰੀਜ਼ ਪੜ੍ਹਦੇ ਹੋ, ਡਿਕਸ਼ਨਰੀਜ਼ ਦੇ ਵਿੱਚ ਵਰਡ ਲਿਖਿਆ ਹੁੰਦਾ, ਉਹਦੇ ਨਾਲ ਉਹ ਐਗਜ਼ੈਕਟਲੀ ਉਸੇ ਤਰੀਕੇ ਨਾਲ ਥੋੜੇ ਜ਼ਿਆਦਾ ਲੈਟਰ ਲਿਖ ਕੇ ਘੱਟ ਲਿਖ ਕੇ ਵਿੱਚ ਇੱਕ ਥੋੜਾ ਜਿਹੜਾ ਹੈਗਾ ਹਾਈਫਨ ਪਾ ਕੇ ਦੱਸਿਆ ਜਾਂਦਾ ਇੱਥੇ ਵਿਸ਼ਰਾਮ ਕਰਨਾ ਇਸ ਰੂਪ ਵਿੱਚ। ਇਹ ਹੈ ਕਿਸੇ ਨੂੰ ਉਸ ਲੈਵਲ ਤੇ ਲਿਆਉਣਾ, ਉਹਨੂੰ ਸਮਝ ਆ ਜਾਏ, ਦੈਟ ਇਜ਼ ਟੋਟਲੀ ਐਕਸੈਪਟੇਬਲ। ਪਰ ਜਦੋਂ ਜਿਹਦੀ ਭਾਵਨਾ ਇਹ ਹੋਏ ਕਿ ਓਕੇ ਮੈਂ ਇਸ ਚੀਜ਼ ਨੂੰ ਜਿਹੜਾ ਮੇਨ ਚੀਜ਼ ਜਾਂ ਜਿਹਦੇ ਚੋਂ ਸਾਰੀ ਇਨਫੋਰਮੇਸ਼ਨ ਮਿਲ ਰਹੀ ਹੈ ਉਹਨੂੰ ਮੈਂ ਲੀਵ ਕਰ ਰਿਹਾ ਤੇ ਉਸ ਤੋਂ ਬਿਨਾਂ ਮੈਂ ਕੋਈ ਚੀਜ਼ ਭਈ ਫਿਰ ਉਸ ਨੂੰ ਅਸੀਂ ਮੈਚ ਕਿਹਦੇ ਨਾਲ ਕਰਾਂਗੇ। ਸਪੋਜ਼ ਕਰੋ ਉੱਥੇ ਲਿਖਣ ਵਾਲੇ ਤੋਂ ਥੱਲੇ ਕੋਈ ਗਲਤੀ ਹੋ ਗਈ ਜਾਂ ਪ੍ਰੋਨਾਊਂਸ ਕਰਨ ਵਾਲੇ ਨੇ ਆਪਣੇ ਤਰੀਕੇ ਨਾਲ, ਮੈਂ ਆਪ ਬੱਚਿਆਂ ਨੂੰ ਪੜ੍ਹਾਉਣਾ, ਇੱਥੇ ਬੱਚੇ ਨੂੰ ਪੁੰਗਲਿਸ਼ ਵਿੱਚ ਲਿਖਿਆ ਹੋਇਆ, ਤੁਸੀਂ ਕਿਹਾ ਇੱਕ ਓਂਕਾਰ ਲਿਖਿਆ ਹੈ ਨਾ, ਈ ਕੇ, ਬੱਚਾ ਉਹਨੂੰ ਪ੍ਰੋਨਾਊਂਸ ਕਰਨ ਲੱਗਿਆ ਇੱਕ ਜਾਂ ਕੇ ਇਸ ਤਰੀਕੇ ਨਾਲ ਕਰੇ। ਮੇਰੇ ਵਰਗਾ ਬੰਦਾ ਹੈ, ਘਰ ਦੇ ਵਿੱਚ ਕੋਈ ਬਜ਼ੁਰਗ ਕੋਈ ਸ਼ਖਸ ਬੈਠਾ ਹੈ, ਕੋਈ ਵੀ ਹੈ, ਉੱਤੇ ਈਡੀ ਪਾ ਕੇ ਜਾਂ ਉੱਤੇ ਦੂਸਰਾ ਜਿਹੜਾ ਹੈਗਾ ਆਪਣਾ ਹਿੰਸਿਆਂ ਵਾਲਾ ਨਿਊਮਰਲ ਨੰਬਰ ਜਿਹੜਾ ਹੈਗਾ ਉਹ ਪਿਆ ਹੈਗਾ, ਤੇ ਰਾਈਟ ਵੇ ਦੇਖ ਕੇ ਕਹੇਗਾ ਬੱਚੇ ਈ ਕੇ ਨਹੀਂ ਹੈਗਾ, ਇਹ ਇੱਕ ਹੈਗਾ। ਇਹਦੇ ਨਾਲ ਕੀ ਹੋ ਗਿਆ ਕਿ ਸਾਡੀ ਜਿਹੜੀ ਨੌਲੇਜ ਆ ਉਹ ਟਰਾਂਸਫਰ ਹੋਣ ਦੇ ਵਿੱਚ ਹੈਲਪ ਹੋ ਗਈ। ਇਹ ਤੇ ਹੈ ਪੋਸੀਬਲ। ਪਰ ਜੇ ਤੁਸੀਂ ਕਹੋ ਕਿ ਉੱਪਰਲੀ ਚੀਜ਼ ਸਾਰੀ ਨੂੰ ਛੱਡ ਦਿਓ ਤੇ ਥੱਲੇ ਉਸ ਨੂੰ ਭਾਸ਼ਾਂਤਰਣ ਦੇ ਰੂਪ ਦੇ ਵਿੱਚ ਲਿਖ ਦਿਓ ਸਾਰੇ ਨੂੰ, ਉਹਦਾ ਕੀ ਬਣੇਗਾ ਆਪ ਸੋਚ ਕੇ ਦੇਖੋ। ਕੋਈ ਇਸ ਨੂੰ ਇਸ ਤਰ੍ਹਾਂ ਪ੍ਰੋਨਾਊਂਸ ਕਰੇਗਾ, ਦੂਜਾ ਤੀਜੀ ਤਰ੍ਹਾਂ, ਚੌਥਾ ਪੰਜਵੀਂ ਤਰ੍ਹਾਂ, ਅਖੀਰ ਜਿਹੜੀ ਓਰੀਜਨਲ ਉਹ ਤੇ ਜਾਂਦੀ ਲੱਗੇਗੀ। ਸੋ ਇਨ ਏ ਵੇ we have to actually pay attention wherever we actually ਅਸੀਂ ਗੁਰਬਾਣੀ ਜਿੱਥੇ ਪ੍ਰੈਜ਼ੈਂਟ ਕਰ ਰਹੇ ਹੈਗੇ ਆ ਉਹਦੇ ਜਿਹੜੀ ਗੁਰਬਾਣੀ ਗੁਰਮੁਖੀ ਅੱਖਰ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਏ ਨੰਬਰ 1 ਦੇ ਉੱਤੇ। ਉਸ ਤੋਂ ਬਾਅਦ ਸਮਝਣ ਵਾਸਤੇ ਉਹਨੂੰ ਪੜ੍ਹਨ ਵਾਸਤੇ ਥੱਲੇ ਨੰਬਰ ਤੇ ਹੈ। ਪਰ ਫਿਰ ਵੀ ਐਫਰਟ ਇਹ ਹੋਏ ਕਿ ਆਪਾਂ ਇੱਥੋਂ ਉੱਤੇ ਦਾ ਸਫ਼ਰ ਤੈਅ ਕਰਨਾ ਆ। ਆਪਾਂ ਇੱਥੋਂ ਇਹ ਜਿਹੜੀ ਤਾਕੀ ਜਿਹੜੀ ਹੈਗੀ ਏ ਆਪ ਇੰਗਲਿਸ਼ ਪੜ੍ਹਦੇ ਅਸੀਂ ਗੁਰਮੁਖੀ ਨੂੰ ਇਸ ਤਰੀਕੇ ਨਾਲ ਇਹਨੂੰ ਸਹਿਜਣਾ, ਇਹ ਸਾਡਾ ਮੇਨ ਮਕਸਦ ਹੈ। ਨਾ ਕਿ ਇਹ ਕਰਨਾ ਜੀ ਅਸੀਂ ਉੱਤੋਂ ਸਾਡੀ ਗੁਰਮੁਖੀ ਨੂੰ ਕਿਤੇ ਅਲੋਪ ਕਰ ਦਈਏ ਤੇ ਥੱਲੇ ਅਸੀਂ ਇੰਗਲਿਸ਼ ਨੂੰ ਅਸੈਪਟ ਕਰ ਲਈਏ। ਕਿਉਂਕਿ ਜਿਹੜੇ ਲੋਕਾਂ ਦਾ ਜਿਹੜਾ ਤਰਕ ਇਹਦੇ ਵਿੱਚ ਜਿਹੜਾ ਸਾਨੂੰ ਸੁਣਨ ਨੂੰ ਮਿਲਿਆ ਜੀ, ਆਖੇ ਗੁਰੂ ਨਾਨਕ ਦੇਵ ਜੀ ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਨੇ ਕਿਹੜਾ ਕਹਿੰਦੇ ਜੀ ਲਾਵਾਂ ਫੇਰੇ ਲਿਓ, ਉਦੋਂ ਤਾਂ ਜੀ ਕਹਿੰਦੇ ਸਿੱਖੀ ਐ ਨਹੀਂ ਸੀ, ਕਹਿੰਦੇ ਤੁਸੀਂ ਹੁਣ ਸਾਨੂੰ ਰੋਕਦੇ ਹੋ ਇਸ ਗੱਲਾਂ ਤੋਂ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ? ਦੇਖੋ ਗੱਲ ਇਹ ਹੈ ਕਿ ਜਿਹੜਾ ਹੈਗਾ ਮਨ ਦੇ ਵਿੱਚ ਜਦੋਂ ਮਤਲਬ ਹੈਵਾਨ ਆ ਕੇ ਬੈਠ ਜਾਏ ਤੇ ਫਿਰ ਟੁਚਰਾਂ ਹਜ਼ਾਰ ਨੇ, ਟੁਚਰਾਂ ਦਾ ਕੋਈ ਜਵਾਬ ਨਹੀਂ ਹੁੰਦਾ। ਗੁਰੂ ਮਹਾਰਾਜ ਜੀ ਦਾ ਐਰਾ ਸਮਾਂ ਨਾ ਅਸੀਂ ਦੇਖਿਆ, ਸਾਡੇ ਕੋਲ ਹਿਸਟੋਰੀਕਲ ਐਵੀਡੈਂਸ ਨੇ, ਉਹਨਾਂ 'ਚ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਜਿਨ੍ਹਾਂ ਨੂੰ ਪੜ੍ਹਨ ਪੜ੍ਹਾਉਣ ਤੋਂ ਬਾਅਦ ਅਸੀਂ ਬੜੀ ਲੰਮੀ ਚੌੜੀ ਬਾਤ ਕਰ ਸਕਦੇ ਹਾਂ। ਪਰ ਹਾਂ, ਜੋ ਸਾਡੇ ਕੋਲ ਸਿੱਖੀ ਕੋਡ ਆਫ ਕੰਡਕਟ 'ਚ ਪ੍ਰਾਪਤ ਹੋਇਆ ਹੈਗਾ ਉਸ ਨੂੰ ਐਜ਼ ਇਟ ਇਜ਼ ਫੋਲੋ ਕਰਨਾ। ਹਾਂ, ਜਿੱਥੇ ਤੁਹਾਨੂੰ ਲੱਗਦਾ ਹੈ ਕੁਝ ਕਿਸੇ ਕਿਸਮ ਦੇ ਨਾਲ ਸਾਨੂੰ ਕੋਈ ਮੋਡੀਫਿਕੇਸ਼ਨ ਜਾਂ ਸਾਨੂੰ ਥੋੜ੍ਹਾ ਬਹੁਤਾ ਤਬਦੀਲੀ ਚੇਂਜ ਦੀ ਲੋੜ ਹੈ ਤੇ ਉਹਦੇ ਵਿੱਚ ਕੌਮੀ ਆਵਾਜ਼ ਬਣੋ। ਐਵੇਂ ਆਪਣੀਆਂ ਪਿਰਤਾਂ ਨਾ ਤੋਰੋ। ਤੁਸੀਂ ਆਪਣੀ ਤੋਰ ਲਈ, ਮੈਂ ਆਪਣੀ ਤੋਰ ਲਈ, ਦੂਜੇ ਨੇ ਆਪਣੀ ਤੋਰ ਲਈ, ਤੇ ਫਿਰ ਜਿਹੜਾ ਸਿੱਖੀ ਦਾ ਮੁਹਾਜ ਸ਼ਿਰਾਜ਼ਾ ਗੁਰੂ ਸਾਹਿਬ ਨੇ ਬੰਨਿਆ ਸੀਗਾ ਉਹਦਾ ਕੀ ਬਣੇਗਾ? ਉਹ ਕਿਤੇ ਨਾ ਕਿਤੇ ਲੋਪ ਹੋ ਜਾਏਗਾ। ਬਿਲਕੁਲ ਐਕਚੁਅਲ ਲੈਵਲ ਤੇ ਜਿਹੜਾ ਇੰਨਾ ਵਧੀਆ ਵਾਜਬ ਢੰਗ ਦਾ ਸਿਸਟਮ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੈ, ਗੁਰਦੁਆਰਾ ਮਾਡਲ ਹੈ ਸਾਡੇ ਕੋਲ ਗ੍ਰੰਥ ਹੈ, ਸਾਡੇ ਕੋਲ ਪੰਥ ਹੈ, ਸਾਡੇ ਕੋਲ ਰਹਿਣੀ ਰਹਿਤ ਹੈ, ਸਾਡੇ ਕੋਲ ਮਰਿਆਦਾ ਆ, ਸਾਡਾ ਪੂਰੇ ਕਸਟਮਸ ਨੇ, ਸਾਡੀਆਂ ਪੂਰੀਆਂ ਟ੍ਰੈਡੀਸ਼ਨਸ ਆ ਰਹੀਆਂ ਨੇ ਜਿਨ੍ਹਾਂ ਨੂੰ ਸੈਂਕੜੇ ਸਾਲਾਂ ਤੋਂ ਸਿੱਖ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਤੇ ਬੜੀ ਖੁਸ਼ੀ ਮਿਲ ਰਹੀ ਹੈ, ਬੜਾ ਚਾਅ ਆ ਉਹਦੇ ਨਾਲ। ਸਿੱਖ ਦੀ ਸਾਰੀ ਹਰ ਰੰਗ ਦਾ ਜਿਹੜਾ ਹੈਗਾ ਉਹਨੂੰ ਜੀਵਨ ਦੇ ਵਿੱਚ ਹਰ ਰੰਗ ਮਾਨਣ 'ਚ ਜਿਹੜਾ ਪ੍ਰਾਪਤ ਹੋ ਰਿਹਾ ਆ, ਉਹ ਸਾਰੇ ਨੂੰ ਅਸੀਂ ਸਾਹਮਣੇ ਰੱਖ ਕੇ ਸਿਰਫ ਅੱਜ ਕੋਈ ਮੇਰਾ ਮਨ ਚਾਹੁੰਦਾ ਜਾਂ ਕੋਈ ਮੇਰੇ ਖਿਆਲ ਵਿੱਚ ਫੁਰਨਾ ਆ ਗਿਆ ਇਸ ਕਿਸਮ ਦੇ ਨਾਲ ਮੈਂ ਉਸ ਸਾਰੇ ਨੂੰ ਤੋੜ ਕੇ ਲੈ ਕੇ ਆਵਾਂ ਨਾ। ਇਹ ਉਸ ਸ਼ਖਸ ਨੂੰ ਜਿਹੜਾ ਇਹੋ ਜਿਹੀ ਕੋਈ ਦਲੀਲ ਵੀ ਦਿੰਦਾ, ਕੋਈ ਇਹੋ ਜਿਹੀ ਤਰਕ ਵੀ ਕਰਦਾ, ਉਹਨੂੰ ਵੀ ਸੋਚਣਾ ਚਾਹੀਦਾ ਕਿ ਇਹ ਗੱਲ ਕੌਮੀ ਮੁਹਾਜ ਦੀ ਹੈ, ਇਹ ਗੱਲ ਸਾਡੀ ਹੋਂਦ ਦੀ ਹੈ, ਇਹ ਗੱਲ ਉਹਨਾਂ ਰਹੋ ਰੀਤਾਂ ਦੀ ਹੈ ਜਿਹੜੀਆਂ ਰਹੋ ਰੀਤਾਂ ਸਾਡੇ ਪੁਰਖਿਆਂ ਬਜ਼ੁਰਗਾਂ ਨੇ ਇੰਨੀਆਂ ਪਾਕ ਸਾਫ ਸੈਕਰੇਟ ਲੈਵਲ ਤੇ ਚਲਾ ਕੇ ਸਾਡੀ ਝੋਲੀ ਪਾਈਆਂ ਨੇ। ਅਸੀਂ ਐਟਲੀਸਟ ਉਹਨਾਂ ਦਾ ਇਹਤਰਾਮ ਕਰੀਏ, ਸਤਿਕਾਰ ਕਰੀਏ, ਅਦਬ ਕਰੀਏ। ਹਾਂ, ਜਿੱਥੇ ਕਿਤੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਇੰਟੈਲੀਜੈਂਟ ਹੋ, ਕੰਮ ਤੇ ਬੜੇ ਕਰਨ ਵਾਲੇ ਨੇ, ਕੱਲਾ ਇਹ ਹੀ ਥੋੜਾ ਕਿ ਤੁਸੀਂ ਸਿਰਫ ਜਿਹੜਾ ਇੱਕ ਚੀਜ਼ ਨੂੰ ਕਰਕੇ ਤੇ ਇਸ ਗੋਨਾ ਚੇਂਜ ਦਾ ਸੋਸਾਇਟੀ। ਨੋ, ਇਸ ਤਰੀਕੇ ਨਾਲ ਸਮਾਜ ਥੋੜਾ ਬਦਲ ਜਾਏਗਾ। ਇਸ ਤਰੀਕੇ ਨਾਲ ਵੀ ਇੱਕ ਦਿਨ ਉਹ ਲਾਵਾਂ ਦੀ ਉੱਥੇ ਕੋਈ ਜਿਹੜਾ ਹੈਗਾ ਗੁਰਮੁਖੀ ਅੱਖਰਾਂ ਨੂੰ ਬਿਲਕੁਲ ਉੱਥੋਂ ਐਲੀਮੀਨੇਟ ਕਰਕੇ ਜਾਂ ਉਸ ਰੂਪ ਵਿੱਚ ਕਰਕੇ ਤੇ ਅਸੀਂ ਜਿਹੜਾ ਆਪਣੇ ਤਰੀਕੇ ਨਾਲ ਕੋਈ ਗੱਲ ਕਰਕੇ ਤੇ ਅੱਜ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਾਂਗੇ ਨਾ। ਇਹ ਤੇ ਜੀਵਨ ਜਾਂਚ ਆ, ਸਿੱਖਣੀ ਹੈ, ਇਹ ਤਾਂ ਲਗਾਤਾਰ ਸਿੱਖਣੀ ਹੈ। ਗੁਰਦੁਆਰੇ ਦਾ ਮਾਹੌਲ, ਉੱਥੇ ਕਿਸੇ ਨੂੰ ਅੰਗੇਜ ਕਰਨਾ, ਗੁਰਮਤ ਆਸ਼ੇ ਨੂੰ ਸਮਝਾਉਣ ਵਾਸਤੇ ਤੇ ਗੁਰਦੁਆਰਾ ਆ। ਤੇ ਗੁਰਦੁਆਰੇ ਦੇ ਵਿੱਚ ਹੀ ਅਸੀਂ ਗੁਰੂ ਆਸ਼ੇ ਨੂੰ ਸਮਝਾਉਣ ਦੀ ਬਜਾਏ ਆਪਣੀ ਮਨਮੱਤਾ ਕਰਾਂਗੇ, ਦੈਨ ਵੇਅਰ ਗੋਇੰ ਟੂ ਲਰਨ ਦ ਗੁਰਮਤ।
ਇਹ ਸਵਾਲ ਇਸ ਰੂਪ ਦੇ ਵਿੱਚ ਬਣਦਾ ਇਸ ਤਰੀਕੇ ਨਾਲ। ਸੋ ਇਹ ਅਨਐਕਸੈਪਟੇਬਲ ਆ, ਇਹ ਗੈਰ ਵਾਜਬ ਆ, ਇਸ ਨੂੰ ਅਸੀਂ ਕਿਸੇ ਰੂਪ ਦੇ ਵਿੱਚ ਸਵੀਕਾਰ ਨਹੀਂ ਕਰ ਸਕਦੇ। ਹਾਂ, ਜਿਹੜੇ ਪਤਵੰਤੇ ਸੱਜਣ ਨੇ, ਸਮਾਜ ਦੇ ਸੁਹਿਰਦ ਸੱਜਣ ਨੇ, ਜਿਹੜੇ ਕੋਈ ਗੁਰਮੁਖ ਰੂਹਾਂ ਨੇ, ਉਹ ਇਸ ਦੇ ਉੱਤੇ ਬਾਤ ਕਰਨ ਤੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਹੋਣ ਤੋਂ ਬਿਲਕੁਲ ਜਿਹੜਾ ਹੈਗਾ ਵੱਖ ਰੱਖਿਆ ਜਾਏ। ਗੁਰਬਾਣੀ ਸਾਡੇ ਵਾਸਤੇ ਸਰਵਪ੍ਰਥਮ ਹੈਗਾ। ਗੁਰਬਾਣੀ ਗੁਰਮੁਖੀ ਅੱਖਰਾਂ 'ਚ ਲਿਖੀ ਗਈ ਹੈ। ਅਸੀਂ ਗੁਰੂ ਨਾਲ ਜੁੜਨਾ ਤੇ ਗੁਰੂ ਨਾਲ ਜੁੜਨ ਵਾਸਤੇ ਗੁਰਮੁਖੀ ਅੱਖਰ ਤੇ ਗੁਰਬਾਣੀ ਦਾ ਸੰਦੇਸ਼, ਉਹਨੂੰ ਅਸੀਂ ਨਤਮਸਤਕ ਹੋ ਰਹੇ ਹਾਂ, ਉਹਨੂੰ ਹੀ ਪੜ੍ਹ ਰਹੇ ਹਾਂ ਤੇ ਉਹਨੂੰ ਸਮਝਾ ਕੇ ਸਾਡਾ ਕਲਿਆਣ ਹੋਣਾ ਹੈ। ਸਾਡੇ ਨਾਲ ਮਾਸਟਰ ਜੀ ਤੁਸੀਂ ਕੀ ਕਹਿੰਦੇ ਹੋ? ਤੁਸੀਂ ਵੀ ਬੱਚਿਆਂ ਨੂੰ ਦੇਖੋ ਪੜ੍ਹਾਇਆ ਜੀ, ਜਿਵੇਂ ਆਪਾਂ ਇੱਕ ਕਿਸੇ ਹੋਰ ਕਮਿਊਨਿਟੀ ਦੀ ਗੱਲ ਕਰ ਲਈਏ, ਆਪਾਂ ਚਾਈਨੀਜ਼ ਕਮਿਊਨਿਟੀ ਦੀ ਗੱਲ ਕਰ ਲਈਏ, ਇੰਗਲਿਸ਼ ਕਮਿਊਨਿਟੀ ਦੀ ਗੱਲ ਕਰ ਲਈਏ, ਔਰ ਇਹਦੇ ਵਿੱਚ ਉੱਥੇ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਉੱਤੇ ਚਾਈਨੀਜ਼ ਲਿਖੀ ਹੁੰਦੀ ਹੈ ਜੀ, ਥੱਲੇ ਉਹਨਾਂ ਨੇ ਜੇ ਲੋੜ ਆ ਤਾਂ ਕਦੇ ਉਹ ਇੰਗਲਿਸ਼ ਵਗੈਰਾ ਲਿਖ ਲੈਂਦੇ ਆ ਜੀ, ਤੇ ਨਹੀਂ ਤਾਂ ਕੋਈ ਲੋੜ ਨਹੀਂ ਕਰਦੀ। ਇੱਦਾਂ ਹੀ ਮੁਸਲਿਮ ਕਮਿਊਨਿਟੀ, ਕ੍ਰਿਸਚਨ, ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ, ਪਰ ਅਸੀਂ ਆਪਣੀ ਗੱਲ ਕਰ ਰਹੇ। ਤੁਸੀਂ ਕਿੱਦਾਂ ਦੇਖਦੇ ਹੋ? ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਾ ਪੰਜਾਬੀ ਪੜ੍ਹਾਈਏ। ਜੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ, ਅਸੀਂ ਆਪਣੀ ਕਲਚਰ ਨਾਲ, ਆਪਣੀ ਸੁਸਾਇਟੀ ਦੇ ਵਿੱਚ ਉਹ ਬੱਚਿਆਂ ਨੂੰ ਹਾਣ ਦਾ ਨਹੀਂ ਬਣਾ ਸਕਦੇ। ਜਿਵੇਂ ਕਿ ਅੱਜ ਕੱਲ੍ਹ ਆਪਾਂ ਹੁਣ ਦੇਖਿਆ ਵੀ ਸਾਨੂੰ ਨਾ ਤਾਂ ਰਸਮਾਂ ਦਾ ਪਤਾ, ਨਾ ਸਾਨੂੰ ਸਾਡੇ ਧਰਮ ਬਾਰੇ ਪਤਾ। ਇਹ ਸਿਰਫ ਸਭ ਤੋਂ ਪਹਿਲਾਂ ਸਾਰੇ ਜਿਹੜੇ ਲੋਕ ਨੇ, ਜਿਹੜਾ ਕੋਈ ਸੁਣਦਾ, ਉਹਨਾਂ ਅੱਗੇ ਬੇਨਤੀ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਉਣ। ਜੇ ਪੰਜਾਬੀ ਨਹੀਂ ਪੜ੍ਹਾਉਣਗੇ ਤਾਂ ਕਲਚਰ ਵੀ ਨਹੀਂ ਸਿੱਖਾਉਣੀ, ਤਾਂ ਅਸੀਂ ਸਾਰਾ ਕੁਛ ਆਪਦਾ ਵਿਰਸਾ ਵੀ ਗਵਾ ਲਾਂਗੇ। ਇਹ ਜ਼ਰੂਰੀ ਹੈ। ਹੁਣ ਗੁਰਦੁਆਰੇ ਸਾਹਿਬ ਦੇ ਵਿੱਚ ਥਾਂ ਕਲਾਸਾਂ ਲੱਗਦੀਆਂ ਨੇ। ਆਪਣੇ ਇਸ ਸਿੱਖ ਸਪਿਰਿਚੁਅਲ ਸੈਂਟਰ ਵਿੱਚ ਵੀ ਅਗਲੇ ਫਰਾਈਡੇ ਤੋਂ ਕਲਾਸਾਂ ਲੱਗਣਗੀਆਂ। ਅੱਗੇ ਇੱਥੇ ਤਕਰੀਬਨ ਬਹੁਤ ਲੰਬੇ ਅਰਸੇ ਤੋਂ ਕਲਾਸਾਂ ਲੱਗਦੀਆਂ ਨੇ। ਬੱਚੇ ਆਉਂਦੇ ਆ, ਬੱਚੇ ਪਹਿਲਾਂ ਊੜਾ ਆੜਾ ਸਿੱਖਦੇ ਆ, ਊੜਾ ਆੜਾ ਸਿੱਖ ਕੇ ਉਦੋਂ ਬਾਅਦ ਬੱਚੇ ਪਾਠ ਵੀ ਸਿੱਖਦੇ ਆ। ਜਿਹੜੇ ਬੱਚੇ ਸਿੱਖ ਕੇ ਗਏ ਨੇ ਉਹਨਾਂ ਨੂੰ ਬਹੁਤ ਕੁਝ ਪਤਾ ਹੈ। ਜਿਹੜਾ ਅਸੀਂ ਕਹਿੰਦੇ ਹਾਂ, ਜਿਹੜੇ ਵੀ ਸਾਡੇ ਜੀ ਕਈ ਵਾਰ ਸਾਡੇ ਬੱਚਿਆਂ ਨੂੰ ਇੰਗਲਿਸ਼ ਵੀ ਸਮਝ ਨਹੀਂ ਪੈਂਦੀ। ਬੜੇ ਲੋਕ ਨੇ ਸਾਡੇ ਕੋਲ, ਇਹੋ ਜਿਹੇ ਲੋਕ ਆਉਂਦੇ ਰਹੇ ਨੇ ਜਿਹੜੇ ਕਹਿੰਦੇ ਨੇ ਅਸੀਂ ਉਹਨਾਂ ਨੂੰ ਪੰਜਾਬੀ ਨੂੰ ਗਾਹਾਂ ਜਿਹੜੇ ਸ਼ਬਦ ਦਾ ਨਹੀਂ ਪਤਾ ਲੱਗਦਾ, ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਸਮਝਾਉਂਦੇ ਰਹੇ ਹਾਂ। ਇਹੀ ਗਾਹਾਂ ਇਨ ਫਿਊਚਰ ਵੀ ਇਹੀ ਹੈ। ਸਭ ਤੋਂ ਬੇਨਤੀ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਇੱਥੇ ਆਉਂਦੇ ਆ ਗੁਰਦੁਆਰਾ ਸਾਹਿਬ, ਤਾਂ ਹੀ ਪਤਾ ਲੱਗੂਗਾ ਅਸੀਂ ਮੱਥਾ ਕਿਵੇਂ ਟੇਕਣਾ, ਗੁਰਦੁਆਰਾ ਸਾਹਿਬ ਵਿੱਚ ਕਿਵੇਂ ਆਉਣਾ। ਆਪਣੇ ਬੱਚਿਆਂ ਨੂੰ ਲਿਆਉਣ। ਹਰ ਸੈਚਰਡੇ ਸੰਡੇ ਨੂੰ ਕਲਾਸਾਂ ਲੱਗਣਗੀਆਂ, ਉੱਥੇ ਆਪਣੇ ਬੱਚਿਆਂ ਨੂੰ ਕਲਾਸਾਂ 'ਚ ਭੇਜਣ। ਪਰ ਮਾਸਟਰ ਜੀ ਆਪਾਂ ਗੱਲ ਕੀਤੀ ਜਾਵੇ, ਠੀਕ ਆ ਤੁਹਾਡੀ ਗੱਲ ਵੀ ਕਲਾਸਾਂ ਦੇ ਵਿੱਚ ਹੈਗਾ, ਪਰ ਮੇਰੀ ਇੱਕ ਫਿਰ ਉੱਥੇ ਗੱਲ ਫਿਰ ਉੱਥੇ ਆ ਜਾਂਦੀ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨੇ। ਮੈਂ ਮੰਨ ਲਿਆ ਜੀ ਕਲਾਸਾਂ ਲਾ ਲੈਂਦੇ, ਮੈਂ ਮੰਨ ਲਿਆ। ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਨ੍ਹਾਂ ਨੂੰ ਇਹ ਪਤਾ ਵੀ ਅਸੀਂ ਇੱਥੇ ਆਉਣਾ, ਸਾਡੇ ਗੁਰੂ ਮਹਾਰਾਜ ਨੇ, ਅਸੀਂ ਇੱਥੇ ਲਾਵਾਂ ਫੇਰੇ ਲੈਣੇ ਆ, ਤਾਂ ਹੀ ਸਾਡੀਆਂ ਮੰਨੀਆਂ ਜਾਣਗੀਆਂ, ਇਹਦਾ ਮਤਲਬ ਉਹਨਾਂ ਨੂੰ ਗੁਰੂ ਮਰਿਆਦਾ ਦਾ ਵੀ ਪਤਾ ਜੀ, ਉਹਨਾਂ ਨੂੰ ਕਿਤੇ ਨਾ ਕਿਤੇ ਸਮਝ ਹੈਗੀ ਆ ਜੀ। ਥੋੜ੍ਹੀ ਹੈ ਬਾਹਲੀ, ਉਹ ਵੱਖਰੀ ਸਟੋਰੀ ਹੈ। ਪਰ ਇੱਥੇ ਅਸੀਂ ਕਿੱਥੇ, ਇੱਥੇ ਜਿਹੜਾ ਅਸੀਂ ਮਤਲਬ ਪਿੱਛੇ ਰਹਿ ਜਾਂਦੇ ਹਾਂ ਇੱਥੋਂ ਵੀ। ਜਦੋਂ ਅਸੀਂ ਪਹਿਲਾਂ ਤਾਂ ਗੱਲਾਂ ਬਹੁਤ ਕਰਦੇ ਹਾਂ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਹਾਂ, ਅਸੀਂ ਮਹਾਰਾਜ ਦੇ ਮੂਹਰੇ ਬੈਠੇ ਹਾਂ, ਸਾਡੇ ਸੁਪਰੀਮ ਨੇ ਜੀ, ਸਾਡੇ ਜੇ ਆਪਾਂ ਜੱਜ ਦੇ ਮੂਹਰੇ ਤੱਕ ਨਹੀਂ ਆਪਾਂ ਬੋਲ ਸਕਦੇ, ਹੱਸ ਨਹੀਂ ਸਕਦੇ, ਕੁਛ ਨਹੀਂ ਕਰ। ਇੱਥੇ ਅਸੀਂ ਹਰ ਇੱਕ ਤਰ੍ਹਾਂ ਦੀਆਂ ਹਰਕਤਾਂ, ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਵੀ ਕਿਹਾ ਵੀ ਜਦੋਂ ਵੀਡੀਓ ਬਣਾਉਣ ਲੱਗਦੇ ਨੇ, ਕਦੇ ਕੁਛ ਕਰ ਲੈਂਦੇ, ਕਦੇ ਕੁਛ ਕਰ ਲੈਂਦੇ ਆ। ਇੱਦਾਂ ਦੀ ਮਤਲਬ ਤੁਹਾਨੂੰ ਕੀ ਲੱਗਦਾ ਇਹਨਾਂ ਦੀ ਮਾਨਸਿਕਤਾ ਇੱਦਾਂ ਦੀ ਹੋ ਜਾਂਦੀ ਹੈ ਕਿ ਵੈਸੇ ਹੀ ਉਹ ਹਰਕਤਾਂ ਕਰਦੇ ਜਾਂ ਆਪਣੇ ਆਪ ਨੂੰ ਕੁਛ ਵੱਡਾ ਦਿਖਾਉਣਾ ਚਾਹੁੰਦੇ ਆ? ਦੇਖੋ, ਇਹ ਜਿਹੜੀ ਸਾਰੀ ਗੱਲ ਹੈ ਇਹ ਬੇਸਮਝੀ ਦੀ ਗੱਲ ਹੈ। ਜਦੋਂ ਸਾਨੂੰ ਇਹ ਪਤਾ ਹੈ ਕਿ ਸਾਡੇ ਜਿਹੜੇ ਗ੍ਰੰਥ ਸਾਹਿਬ ਨੇ, ਸੁਪਰੀਮ ਨੇ, ਸਭ ਨੂੰ ਪਤਾ ਹੈ, ਸਾਰੇ ਇਹ ਗੱਲ ਜਾਣਦੇ ਆ ਕਿ ਜੋ ਕੁਛ ਇੱਥੋਂ ਅਸੀਂ ਮੰਗੇ ਸਾਨੂੰ ਉਹ ਵੀ ਮਿਲਦਾ। ਪਰ ਇਹ ਅਸੀਂ ਨਾ, ਜਿਵੇਂ ਆਮ ਬੰਦਾ, ਕਈ ਵਾਰ ਇਹ ਲੋਕ ਹੈ ਬੰਦਿਆਂ ਨੂੰ ਸਮਝ ਹੀ ਇੰਨੀ ਕੁ ਹੁੰਦੀ ਹੈ, ਜਾਂ ਕਈ ਵਾਰ ਇੱਥੇ ਦੇਖਿਆ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਇਹ ਡਿਸਕਸ਼ਨ ਕਰਦੇ ਨੇ ਕਿ ਜੋ ਮੈਂ ਗੱਲ ਕਹਿਣਾ ਉਹ ਸੱਚ ਹੈ, ਜਿਹੜੀ ਤੁਸੀਂ ਗੱਲ ਕਹਿੰਦੇ ਉਹ ਗਲਤ ਹੈ। ਉਹ ਇੱਕ ਨਹੀਂ ਹੁੰਦਾ। ਜਦੋਂ ਆਪਾਂ ਕਿਸੇ ਨਾਲ ਡਿਸਕਸ਼ਨ ਵੀ ਕਰਦੇ ਹਾਂ ਤਾਂ ਘੱਟੋ ਘੱਟ ਮੂਹਰਿਓਂ ਵੀ ਸੁਣੋ। ਇਹ ਤਦ ਹੀ ਹੋ ਸਕਦਾ ਹੈ ਜੇ ਅਸੀਂ ਬੱਚਿਆਂ ਨੂੰ, ਦੇਖੋ ਅੱਜ ਕੱਲ੍ਹ ਦੇ ਬੱਚਿਆਂ 'ਚ ਪੇਸ਼ੈਂਸ ਬੜੀ ਘੱਟ ਹੈ, ਸੁਣ ਨਹੀਂ ਸਕਦੇ। ਕਿਉਂਕਿ ਉਹਦਾ ਕਾਰਨ ਕੀ ਹੈ? ਉਹ ਸਾਨੂੰ ਘਰ 'ਚੋਂ ਮਾਹੌਲ ਨਹੀਂ ਇਹੋ ਜਿਹਾ ਮਿਲਦਾ। ਅਸੀਂ ਸਾਰੇ ਲੋਕ ਇੰਨੇ ਕੰਮਾਂ 'ਚ ਰੁੱਝੇ ਹੋਏ ਹਾਂ, ਇੰਨੇ ਆਪਣੇ ਆਪ ਨੂੰ ਕੰਮਾਂ 'ਚ ਇਨਵੋਲਵ ਕੀਤਾ ਹੋਇਆ, ਸਾਡਾ ਬੱਚਿਆਂ ਵੱਲ ਧਿਆਨ ਹੀ ਨਹੀਂ। ਦੇਖੋ, ਜੇ ਅਸੀਂ ਆਪਣੇ ਬਹੁਤ ਪ੍ਰਾਪਰਟੀਆਂ ਬਣਾ ਲਈਆਂ, ਬੜਾ ਕੁਛ ਕਰ ਲਿਆ, ਜੇ ਅਸੀਂ ਆਪਣੇ ਬੱਚਿਆਂ ਵੱਲ ਨਹੀਂ ਧਿਆਨ ਦਿੱਤਾ ਤਾਂ ਸਮਝ ਲਓ ਸਭ ਕੁਝ ਗਵਾ ਲਿਆ। ਇਸ ਲਈ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਵੱਲ ਧਿਆਨ ਦੇਈਏ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਹਰ ਰੋਜ਼ ਜ਼ਰੂਰੀ ਬਣਦਾ ਕਿ ਘਰ ਬੈਠ ਕੇ ਸ਼ਾਮ ਨੂੰ ਆਪਣੇ ਬੱਚਿਆਂ ਦੇ ਨਾਲ ਗੱਲ ਕੀਤੀ ਜਾਵੇ। ਘੱਟੋ ਘੱਟ 1-2 ਘੰਟੇ, 1 ਘੰਟਾ ਘੱਟੋ ਘੱਟ ਲਾਇਆ ਜਾਵੇ।
ਬੱਚਿਆਂ ਦੀ ਗੱਲ ਸੁਣੋ ਤੇ ਫਿਰ ਉਹਨਾਂ ਨੂੰ ਬਾਅਦ ਚ ਦੱਸੋ। ਅਸੀਂ ਕੀ ਕਰਦੇ ਹਾਂ, ਅਸੀਂ ਉਹ ਸੋਚਦੇ ਹਾਂ ਵੀ ਜੋ ਮੈਂ ਕਹਿਣਾ ਉਹ ਠੀਕ ਹੈ, ਮੈਂ ਤੈਨੂੰ ਸਮਝਾਤਾ, ਮੈਨੂੰ ਐਕਸਪੀਰੀਅੰਸ ਹੈ, ਮੈਂ ਆਪਣੀ ਲਾਈਫ ਹੈ ਨਿਗਾਲੀ। ਇੱਥੇ ਦਾ ਸਿਸਟਮ ਸਮਝਣਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਜਿਹੜੇ ਪੇਰੈਂਟਸ ਨੇ, ਸਿਆਣੇ ਬੰਦੇ ਨੇ, ਉਹਨਾਂ ਨੂੰ ਇੱਥੋਂ ਦਾ ਸਿਸਟਮ ਸਮਝਣਾ ਜ਼ਰੂਰੀ ਹੈ। ਜੇ ਇੱਥੋਂ ਦਾ ਸਿਸਟਮ ਸਮਝਾਂਗੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕਾਂਗੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਆਨੰਦ ਕਾਰਜ ਜਾਂ ਹੋਰ ਕੁਝ ਨਹੀਂ, ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਬਈ ਆਨੰਦ ਕਾਰਜ ਹੁੰਦੇ ਆ, ਸਿੱਖਾਂ ਦੇ ਹੁੰਦੇ ਆ, ਚਾਹੇ ਉਹ ਗੁਰਦੁਆਰਾ ਸਾਹਿਬ ਇੱਕ ਦਿਨ ਵੀ ਨਹੀਂ ਆਉਂਦੇ, ਕਿਉਂਕਿ ਉਹਨਾਂ ਦੇ ਮਾਪਿਆਂ ਦੇ ਹੋਏ ਨੇ। ਘਰ 'ਚ 100 ਵਾਰੀ ਗੱਲ ਹੁੰਦੀ ਆ, ਬਿਲਕੁਲ ਉਹਨਾਂ ਨੂੰ ਸਮਝ ਹੈ। ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਜੀ, ਵਿਆਹਾਂ ਸ਼ਾਦੀਆਂ 'ਤੇ ਜਾਂਦੇ ਆ, ਉੱਥੇ ਆਨੰਦ ਕਾਰਜ ਦੇਖਦੇ ਆ। ਆਮ ਆਪਾਂ ਹਰ ਇੱਕ ਦੇ ਫੰਕਸ਼ਨ 'ਤੇ ਜਾਂਦੇ ਆ, ਵਿਆਹ ਸ਼ਾਦੀਆਂ ਜਾਂਦੇ ਆ। ਇਹ ਇੱਕ ਸਿਰਫ ਐਵੇਂ ਨਾ ਸਮਝ ਲਓ ਆਪਣੇ ਆਪ ਨੂੰ, ਕਈ ਵਾਰ ਬੰਦੇ ਦੇ ਅੰਦਰ ਲੁਕੀ ਹੋਈ ਗੱਲ ਹੁੰਦੀ ਆ, ਉਹਦੀ ਕੋਈ ਗੱਲ ਨਹੀਂ ਸੁਣਦਾ, ਉਹ ਇੱਦਾਂ ਦੀਆਂ ਸੁਣਾਉਣੀ ਚਾਹੁੰਦਾ ਹੈ। ਇਹ ਇੱਕ ਸਾਈਕੋਲੋਜੀਕਲ ਫੈਕਟਰ ਹੈ ਕਿ ਜਿਹੜਾ ਬੰਦਾ ਨਾ ਵਾਧੂ ਜਿਹੀਆਂ ਗੱਲਾਂ ਕਰਦਾ, ਉਹਦਾ ਮਤਲਬ ਇਹ ਹੁੰਦਾ ਉਹ ਆਪਦੀ ਅਟੈਂਸ਼ਨ ਆਪਣੇ ਡਾਇਵਰਟ ਕਰਕੇ ਲੋਕਾਂ ਨੂੰ ਆਪਣੇ ਵੱਲ ਦੱਸਣਾ ਚਾਹੁੰਦਾ। ਵੈਸੇ ਇਹ ਕੋਈ ਐਸੀ ਜਿਹੀ ਨਹੀਂ ਹੈ ਗੱਲ, ਇਹ ਸਾਨੂੰ ਇੱਥੋਂ ਹੀ ਠੀਕ ਹੋਊਗਾ। ਅਸੀਂ ਆਪਣੇ ਘਰ ਬੱਚਿਆਂ ਵੱਲ ਧਿਆਨ ਦੇਈਏ, ਪੇਰੈਂਟਸ ਧਿਆਨ ਦੇਣ। ਸੋ ਪ੍ਰਧਾਨ ਜੀ, ਜਿਵੇਂ ਮਾਸਟਰ ਜੀ ਨੇ ਕਿਹਾ, ਤੁਸੀਂ ਮਾਸਟਰ ਜੀ ਵੀ ਇਸ ਜਿਹੜੀ ਕਹਿੰਦੇ ਹੁੰਦੇ ਵਿਚਰਦੇ ਨੇ ਡੇਲੀ ਲੋਕਾਂ ਦੇ ਵਿੱਚ, ਇਹਨਾਂ ਨੇ ਪਹਿਲਾਂ ਪੜ੍ਹਾਇਆ ਵੀ ਇੰਨਾ ਚਿਰ ਜੀ, ਉਹ ਤੋਂ ਪਹਿਲਾਂ ਭਾਈ ਸਾਹਿਬ ਸਾਨੂੰ ਕਥਾਵਾਚਕ ਦੱਸ ਕੇ ਗਏ ਨੇ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਜੀ ਇਹਦੇ ਵਿੱਚ? ਮੇਰਾ ਐਕਸਪੀਰੀਅੰਸ, ਮੈਂ ਕੋਈ ਵਿਦਵਾਨ ਨਹੀਂ ਗਾ, ਅਤੇ ਮੇਰੇ ਤੋਂ ਪਹਿਲਾਂ ਭਾਈ ਗੁਲਜ਼ਾਰ ਸਿੰਘ ਹੋਣੀ ਦੱਸ ਕੇ ਗਏ ਆ। ਮੈਂ ਬਹੁਤ ਕੁਛ ਇਹਨਾਂ ਤੋਂ ਸੁਣਦਾ ਰਹਿੰਦਾ। ਮੈਂ ਕੋਸ਼ਿਸ਼ ਇਹ ਕਰਦਾ ਕਿ ਮਰਿਆਦਾ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਲਾਗੂ ਕੀਤੀ ਜਾਵੇ। ਮਰਿਆਦਾ ਦੇ ਮੁਤਾਬਕ ਪੰਥਕ ਮਰਿਆਦਾ ਜਿਹੜੀ ਹੈ ਉਹ ਹਰੇਕ ਘਰ ਘਰ ਦੇ ਵਿੱਚ ਉਹਦੀ ਕਾਪੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਪੜ੍ਹਨਾ ਚਾਹੀਦਾ, ਉਹਦੇ ਤੇ ਮੁਤਾਬਕ ਚੱਲਣਾ ਚਾਹੀਦਾ। ਅਸੀਂ ਕੋਸ਼ਿਸ਼ ਕੀਤੀ ਸੀ ਵਿਆਹਾਂ ਬਾਰੇ ਸਪੈਸ਼ਲੀ, ਵੀ ਜਿਵੇਂ ਅਸੀਂ ਫੋਨ ਕਰਦੇ ਹਾਂ ਜਦੋਂ 1 ਵੀਕ ਰਹਿ ਜਾਂਦਾ ਵਿਆਹ ਦੇ ਵਿੱਚ, ਅਤੇ ਅਸੀਂ ਉਹ ਮੁੰਡੇ ਕੁੜੀ ਨੂੰ ਫੋਨ ਕਰਦੇ ਹਾਂ ਕਿ ਤੁਸੀਂ ਆ ਕੇ ਇੱਕ ਮੰਡੇ ਵਾਲੇ ਦਿਨ ਜਾਂ ਜਿਹੜਾ ਵੀ ਟਾਈਮ ਉਹ ਡਿਸਾਈਡ ਕਰਨਗੇ, 1 ਘੰਟਾ ਗੁਲਜ਼ਾਰ ਸਿੰਘ ਨੇ ਸਾਨੂੰ ਦਿੱਤਾ ਸੀਗਾ ਵੀ ਮੈਂ ਉਹਨਾਂ ਨੂੰ ਪੂਰੀ ਮਰਿਆਦਾ ਮੁਤਾਬਕ ਜਿਵੇਂ ਲਾਵਾਂ ਹੋਣੀਆਂ ਅਤੇ ਉਹਦੀ ਐਕਸਪਲੇਨੇਸ਼ਨ ਪਹਿਲਾਂ ਹੀ ਉਹਨਾਂ ਨੂੰ ਜਾਂ ਸਮਝਾ ਕੇ ਸਾਰਾ ਕੁਝ ਸਮਝਾ ਸਕਦਾ ਹੈ। ਕੋਈ ਵੀ ਹੋਰ ਇੱਧਰ ਉੱਧਰ ਭੱਜੇ ਫਿਰਨਗੇ, ਪਰ 1 ਘੰਟਾ ਇਸ ਚੀਜ਼ ਨੂੰ ਸਮਝਣ ਵਾਸਤੇ ਵਿਆਹ ਤੋਂ 1 ਹਫ਼ਤਾ ਪਹਿਲਾਂ ਗੁਰਦੁਆਰਾ ਸਾਹਿਬ 'ਚੋਂ 1 ਘੰਟਾ ਨਹੀਂ ਕੱਢ ਸਕਦੇ, ਔਰ ਕੱਢੇ ਨਹੀਂ। ਤੇ ਮੁੜ ਕੇ ਬਹਾਨੇ ਬਣਾਉਂਦੇ। ਅਸੀਂ ਅਜੇ ਵੀ ਦੂਜਾ ਸਾਡਾ ਓਪਨ ਹੈ। ਅਸੀਂ ਗੁਲਜ਼ਾਰ ਸਿੰਘ ਦੇ ਨਾਲ ਇਹਨਾਂ ਦੇ ਜਿਹੜਾ ਨਾ ਬਹੁਤ ਹੀ ਕੀਮਤੀ ਸਮੇਂ 'ਚੋਂ, ਬਿਜੀ ਸਮੇਂ ਦੇ ਵਿੱਚੋਂ ਅਸੀਂ ਇਹਨਾਂ ਤੋਂ 1 ਘੰਟਾ ਲਿਆ ਸੀਗਾ ਵੀ 1 ਘੰਟਾ ਸਾਡੇ ਉਹ 3 ਵਿਆਹ ਹੋਣ, 4 ਵਿਆਹ ਹੋਣ, ਉਹ ਸਾਰੇ ਕੁੜੀਆਂ ਮੁੰਡੇ ਆਉਣ, ਉਹਨਾਂ ਨੂੰ ਇੱਕ ਕਲਾਸ ਦਿੱਤੀ ਜਾਵੇ, ਉਹਨਾਂ ਨੂੰ ਮਰਿਆਦਾ ਮੁਤਾਬਕ ਲਾਵਾਂ ਦਾ ਕਿਵੇਂ ਲਾਵਾਂ ਲੈਣੀਆਂ, ਕੀ ਇਹਦੀ ਮਰਿਆਦਾ ਕਿਵੇਂ, ਦੂਜਾ ਇਹਦਾ ਮਤਲਬ ਕੀ ਹੈ, ਉਹ 1 ਦਿਨ ਪਹਿਲਾਂ ਹੀ, 1 ਹਫ਼ਤਾ ਪਹਿਲਾਂ ਹੀ ਸਮਝਾਇਆ ਜਾਵੇ। ਹੁਣ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਸਿੱਖ ਸਪਿਰਿਚੁਅਲ ਸੈਂਟਰ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਬੁੱਕ ਹੈ ਆਉਣ ਵਾਲੇ ਸਾਲਾਂ 'ਚ ਵੀ, ਹੁਣ ਵੀ ਜਿਹੜੇ ਇਸ ਸਾਲ 'ਚ ਵੀ, ਉਹ ਪਲੀਜ਼ ਕੰਟੈਕਟ ਕਰਨ। ਤੁਹਾਡੇ ਵਾਸਤੇ ਅਸੀਂ ਇਹ ਸੇਵਾ ਨਿਭਾਉਣ ਵਾਸਤੇ ਭਾਈ ਗੁਲਜ਼ਾਰ ਸਿੰਘ ਉਹਨਾਂ ਨੂੰ ਮਨਾ ਚੁੱਕੇ ਹਾਂ। ਉਹ ਤੁਹਾਡੀ ਕਲਾਸ ਵੀ ਲਾਉਣਗੇ, ਤੁਹਾਨੂੰ ਸਮਝਾਉਣਗੇ ਵੀ, ਇੰਗਲਿਸ਼ ਦੇ ਵਿੱਚ ਵੀ ਸਮਝਾਉਣਗੇ, ਪੰਜਾਬੀ 'ਚ ਵੀ ਸਮਝਾਉਣਗੇ। ਇਹ ਮੇਰੀਆਂ ਬੇਨਤੀਆਂ। ਇਹਦੋਂ ਉੱਤੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ। ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਪ੍ਰਬੰਧ ਹੀ ਕਰ ਸਕਦੇ ਨਾ ਆਪਾਂ, ਅਤੇ ਬਾਕੀ ਜਿਹੜਾ ਇਹ ਸਿਸਟਮ ਹੈ ਪੰਜਾਬੀ, ਜਿੰਨਾ ਚਿਰ ਅਸੀਂ ਨਹੀਂ ਜਿਹੜੀ ਗੁਰਮੁਖੀ ਹੈ ਜਾਂ ਗੁਰੂ ਮਹਾਰਾਜ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਤੋਂ ਜੋ ਵੀ ਸਾਨੂੰ ਹਦਾਇਤਾਂ ਮਿਲਦੀਆਂ, ਅਸੀਂ ਉਹ ਤੋਂ ਬਾਹਰ ਨਹੀਂ ਜਾ ਸਕਦੇ। ਆਪਣੀ ਵੈਡਿੰਗ ਪਲੈਨਰ ਦੀ ਗੱਲ ਚੱਲ ਰਹੀ ਸੀ ਪ੍ਰਧਾਨ ਜੀ, ਉਹਦੇ ਬਾਰੇ ਤੁਸੀਂ ਕਹਿੰਦੇ ਸੀ? ਮੈਂ ਉਹ ਇਹ ਗੱਲ ਕਹਿੰਦਾ ਸੀ ਵੀ ਜਿਹੜੀ ਵੈਡਿੰਗ ਪਲੈਨਰ ਹੈ, ਮੈਨੂੰ ਇਹ ਦੱਸਿਓ ਵੀ ਇੱਕ ਸਾਡੇ ਧਰਮ 'ਚ ਕਦੋਂ ਸੀ ਵੀ ਮੂਹਰੇ 10-12 ਕੁੜੀਆਂ ਨੂੰ ਨਾਲ ਲਾ ਕੇ ਲਾਈਨ ਬਣਾ ਲੈਣੀ ਅਤੇ ਮੁੜ ਕੇ ਇੱਥੋਂ ਤੁਰ ਕੇ ਜਾਣਾ ਇਸ ਹਿਸਾਬ ਨਾਲ ਵੀ ਤੁਸੀਂ, ਫਿਰ ਉਹ ਕੈਮਰਾਮੈਨ ਅੱਗੇ ਬੈਠਾ ਖੜ੍ਹਾ ਹੁੰਦਾ ਹੈ, ਉਹ ਫਿਰ ਕੁੜੀਆਂ ਨੂੰ ਦੱਸਦਾ ਵੀ ਤੁਸੀਂ ਐਂ ਤੁਰਨਾ ਹੈ, ਤੁਸੀਂ ਐਂ ਤੁਰਨਾ ਹੈ। ਯਾਰ ਕ੍ਰਿਸਚੀਅਨ ਧਰਮ 'ਚ ਤਾਂ ਮੈਂ ਮੰਨ ਸਕਦਾ, ਕਿਉਂਕਿ ਲੋਕ ਚਰਚ ਦੇ ਵਿੱਚ ਜਾਂਦੇ। ਇੱਥੇ ਹੁੰਦੀਆਂ ਗੁਰਦੁਆਰਿਆਂ 'ਚ ਇਹ, ਜਦੋਂ ਸਾਡੇ ਸਿਸਟਮ ਦੇ ਵਿੱਚ ਅਸੀਂ ਜਦੋਂ ਬੁਕਿੰਗ ਕਰਦੇ ਹਾਂ, ਅਸੀਂ 10-12 ਆਈਟਮਾਂ ਲਿਖੀਆਂ ਵੀ ਹੈ ਜਿਹੜੀਆਂ ਕਿ ਸਖਤ ਮਨਾ ਮਰਿਆਦਾ ਦੇ ਮੁਤਾਬਕ ਨਹੀਂ ਕਰ ਸਕਦੇ। ਉੱਥੇ ਸਾਈਨ ਕਰਕੇ ਜਾਂਦੇ ਆ ਗੁਰਦੁਆਰੇ ਜਦੋਂ ਬੁੱਕ ਕਰਾਉਂਦੇ ਆ, ਇੱਥੇ ਆ ਕੇ ਭੁੱਲ ਜਾਂਦੇ ਆ। ਮਤਲਬ ਹਦਾਇਤਾਂ ਦਿੱਤੀਆਂ ਜਾਂਦੀਆਂ, ਉਹਨੂੰ ਨਕਾਰਿਆ ਜਾਂਦਾ। ਫਿਰ ਕੁਝ ਪਹਿਲਾਂ ਬਹਾਨੇ ਹੁੰਦੇ ਸੀ ਵੀ ਇੱਕ ਪਰਿਵਾਰ ਨੇ ਕਰਾ ਜਾਣਾ ਜਾਂ ਮੁੰਡੇ ਵਾਲੇ ਨੇ ਕਰਾ ਜਾਣਾ, ਅਤੇ ਮੁੜ ਕੇ ਕਹਿ ਦੇਣਾ ਜੀ ਉਹ ਕੁੜੀ ਵਾਲਿਆਂ ਨੇ ਕਰ ਲਿਆ, ਸਾਨੂੰ ਪਤਾ ਨਹੀਂ। ਹੁਣ ਦੋਨਾਂ ਪਰਿਵਾਰਾਂ ਨੂੰ ਸਾਧਦੇ ਆ, ਫਿਰ ਵੀ ਹੋ ਜਾਂਦਾ। ਹੁਣ ਜੀ ਮੁੰਡੇ ਨਹੀਂ ਮੰਨਦੇ, ਜਵਾਕ ਨਹੀਂ ਮੰਨਦੇ, ਤੇ ਜੇ ਕੱਲ ਨੂੰ ਤੁਸੀਂ ਇੱਥੋਂ ਨਾ ਕਰਨ ਲੱਗ ਗਏ, ਫਿਰ ਇਹਨਾਂ ਨੇ ਕਹਿਣਾ ਜੀ ਗੁਰਦੁਆਰੇ ਵਾਲੇ ਸਾਨੂੰ ਨਾ ਕਰਦੇ ਆ। ਨਹੀਂ, ਬਹੁਤ ਗੱਲਾਂ ਕਰਦੇ ਆ। ਫਿਰ ਜਾਂਦੀ ਕਸੂਰ ਗੁਰਦੁਆਰੇ ਵਾਲਿਆਂ ਦਾ ਹੀ ਕੱਢਣਾ ਅਖੀਰ ਤੇ, ਆਪਣੇ ਆਪ ਨੂੰ ਕਿਸੇ ਨੇ ਸੁਧਾਰਨਾ ਨਹੀਂ। ਜੇ ਅੱਜ ਸਿੱਖ ਕੌਮ ਦਾ ਬੱਚਾ ਹਰ ਵਿਅਕਤੀ ਆਪਣੇ ਧਰਮ ਦੇ ਨਾਲ
ਸੱਚੇ ਦਿਲੋਂ ਜੁੜ ਜੇ ਕਿ ਮੈਂ ਆਪਣੇ ਇਸ ਨੂੰ ਸਤਿਕਾਰ ਦੇਣਾ ਹੈ, ਪੂਰੀ ਮਰਿਆਦਾ ਦੇ ਵਿੱਚ ਰਹਿਣਾ ਤੇ ਗੁਰੂਦਰ ਦੇ ਜਾਣਾ ਤੇ ਸੋਝੀ ਪਾਉਣੀ ਹੈ, ਫਿਰ ਤਾਂ ਬਹੁਤ ਕੁਝ ਸੁਧਰ ਸਕਦਾ ਹੈ। ਜਦੋਂ ਅਸੀਂ ਆਪ ਹੀ ਖਿਲਵਾੜ ਕਰਨ ਲੱਗ ਪਏ ਨਾ ਧਰਮ ਦਾ ਤੇ ਆਪਣੀ ਮਰਿਆਦਾ ਦਾ, ਤੇ ਫਿਰ ਕੌਮ ਦੇ ਨਾਲ ਇਹੀ ਕੰਮ ਹੁੰਦੇ ਰਹਿਣੇ ਆ, ਕੌਮ ਠੋਕਰਾਂ ਹੀ ਖਾਂਦੀ ਰਹੂਗੀ, ਫਿਰ ਕੌਮ ਨੂੰ ਕਿਤੇ ਢੋਈ ਨਹੀਂ ਮਿਲਣੀ। ਐਟਲੀਸਟ ਕਿਤੇ ਗੁਰਦੁਆਰਾ ਸਾਹਿਬ ਤਾਂ ਆ ਕੇ ਉਹੋ ਜੀ ਨਿਮਰਤਾ ਰੱਖੋ ਜੀ। ਨਹੀਂ, ਇੱਕ ਮਰਿਆਦਾ ਨੂੰ ਇੱਕ ਨੂੰ ਮੰਨ ਲੈਣਾ। ਗੁਰਦੁਆਰਾ ਸਾਹਿਬ ਐਕਚੁਅਲੀ ਤੁਸੀਂ ਬਾਹਰ ਜੋ ਮਰਜ਼ੀ ਕਰੀ ਜਾਓ, ਤੁਸੀਂ ਇੱਥੋਂ ਤੱਕ ਵੀ ਕੋਸ਼ਿਸ਼ ਹੋ ਜਾਂਦੀ ਹੈ ਕਿ ਅਸੀਂ ਜਦੋਂ ਆਉਨੇ ਆ ਨਾ, ਅਸੀਂ ਇਹ ਸੋਚਦੇ ਹਾਂ ਵੀ ਹੁਣ ਗੁਰੂ ਜਿਵੇਂ ਅਸੀਂ ਚਾਹੁੰਦੇ ਉਵੇਂ ਉਵੇਂ ਬੋਲੇ, ਜੋ ਅਸੀਂ ਚਾਹੁੰਦੇ ਉਵੇਂ ਗੁਰੂ ਬੈਠੇ। ਤੁਸੀਂ ਦੱਸਿਆ ਵੀ ਪੋਸ਼ਾਕ, ਹਾਂ, ਵੀ ਸਾਡੇ ਨਾਲ ਦੀ, ਮੈਂ ਕਹਿੰਦਾ ਵੀ ਤੁਸੀਂ ਉਹਦੀ ਗੱਲ ਨਹੀਂ ਮੰਨਣੀ, ਗੁਰੂ ਤੁਹਾਡੀ ਗੱਲ ਮੰਨੇ, ਗੁਰੂ ਤੁਹਾਡੀ ਗੱਲ ਮੰਨੇ ਵੀ ਤੁਸੀਂ ਜੋ ਕਰ ਰਹੇ ਆ ਉਹ ਠੀਕ ਹੈ, ਜਿਹੜਾ ਗੁਰੂ ਨੇ ਸਾਡੇ ਵਾਸਤੇ ਸਿਧਾਂਤ ਬਣਾਇਆ ਉਹ ਨਹੀਂ ਠੀਕ। ਮਾਸਟਰ ਜੀ ਕੀ ਵਿਚਾਰ ਹੈ ਜੀ ਇਹਨਾਂ ਦੇ ਕਹਿਣ ਦਾ? ਮਤਲਬ ਗੱਲਾਂ ਹਾਸੋਂ ਆਉਣੀਆਂ ਵੀ ਕਹਿ ਸਕਦੇ ਆ, ਪਰ ਸ਼ਰਮ ਵੀ ਆਉਂਦੀ ਹੈ ਜੀ ਕਿਤੇ ਨਾ ਕਿਤੇ। ਦੇਖੋ ਗੱਲ ਇਹ ਹੈ, ਜੇ ਅਸੀਂ ਆਪਣੀ ਕੌਮ ਨੂੰ ਬਚਾਉਣਾ ਹੈ ਤਾਂ ਇਹਨਾਂ ਨੂੰ ਲੀਹ ਤੇ ਲਿਆਉਣਾ ਹੀ ਪਊਗਾ। ਪਰ ਲੀਹ ਤੇ ਮਾਸਟਰ ਜੀ ਤੁਸੀਂ ਲੀਹ ਤੇ ਨਹੀਂ, ਲੀਹ ਤੇ ਦੇਖੋ ਇਹ ਵਿਗੜਿਆ ਹੋਇਆ ਸਿਲਸਿਲਾ ਇੰਨੀ ਛੇਤੀ ਨਹੀਂ ਠੀਕ ਹੁੰਦਾ। ਬਾਕੀ ਕੋਈ ਹੌਸਲਾ ਛੱਡਣ ਵਾਲੀ ਵੀ ਗੱਲ ਨਹੀਂ, ਕਿਉਂਕਿ ਸਾਡੇ ਤੇ ਗੁਰੂ ਸਾਹਿਬ ਦਾ ਹੱਥ ਹੈ। ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਜਦੋਂ ਸਿਰਫ ਗਿਣਤੀ ਮਿਣਤੀ ਦੇ ਆਪਣੇ 40 ਸਿੰਘ ਰਹਿ ਗਏ ਸੀ। ਹੁਣ ਤਾਂ ਅਸੀਂ ਲੱਖਾਂ 'ਚ, ਸਾਰੀ ਦੁਨੀਆ 'ਚ। ਹਾਂ, ਇਹ ਗੱਲ ਜ਼ਰੂਰ ਹੈ ਕਿਉਂਕਿ ਸਾਨੂੰ ਢਾਹ ਲਾਉਣ ਲਈ ਨਾ ਸਾਰੇ ਲੱਗੇ ਹੋਏ ਆ, ਸਮੇਂ ਮੁਤਾਬਕ ਸਾਨੂੰ ਸਿੱਖਾਂ ਨੂੰ ਢਾਹ ਲਾਈ ਹੈ। ਉਹਦਾ ਵੀ ਕਾਰਨ ਇਹੀ ਹੈ ਕਿ ਜੇ ਕਿਸੇ ਨੂੰ ਵੀ ਖਤਰਾ ਹੈ ਤਾਂ ਸਿੱਖਾਂ ਤੋਂ ਹੀ ਹੁੰਦਾ ਹੈ, ਕਿਉਂਕਿ ਇਹ ਮਾਰਸ਼ਲ ਕੌਮ ਹੈ, ਇਹਨਾਂ ਨੇ ਜੋ ਕਹਿਣਾ ਉੱਤੇ ਪਹਿਰਾ ਦੇਣਾ। ਜੇ ਅਸੀਂ ਸਿੱਖੀ ਅਸੂਲ ਤੇ ਸਿੱਖੀਜ਼ਮ ਦੇ ਮੁਤਾਬਕ ਚੱਲੀਏ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਸਾਨੂੰ ਸਾਰੀ ਦੁਨੀਆ 'ਤੇ ਜਾਣ ਤੋਂ, ਸਾਨੂੰ ਦੁਨੀਆ 'ਤੇ ਰਾਜ ਕਰਨ ਤੋਂ ਵੀ ਰੋਕ ਨਹੀਂ ਸਕਦੀ। ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ, ਆਪਣੇ ਘਰਾਂ ਤੋਂ, ਬੱਚਿਆਂ ਤੋਂ। ਜੇ ਆਪਾਂ ਤਿੰਨੇ ਜ਼ਿੰਮੇਵਾਰੀ ਲੈ ਲਈਏ ਵੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਔਖਾ ਜ਼ਰੂਰ ਹੋਊਗਾ, ਪਰ ਇਹ ਹੋ ਜਾਂਦਾ ਹੁੰਦਾ। ਹਾਂ, ਟਾਈਮ ਲੱਗੇਗਾ, ਇਹ ਹੋ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਜਿਵੇਂ ਹੁਣ ਪ੍ਰਧਾਨ ਸਾਹਿਬ ਨੇ ਕਿਹਾ, ਠੀਕ ਹੈ ਉਲੰਘਣਾ ਕਰਦੇ ਆ, ਰੋਕੋ, ਕਹੋ, ਸਮਝਾਓ, ਬਾਕੀ ਬਿਲਕੁਲ ਠੀਕ ਹੋ ਜਾਊਗਾ। ਇਹ ਵੀ ਨਹੀਂ ਗੱਲ ਹੈ ਵੀ ਜੇ ਆਪਾਂ ਕਹੀਏ ਜਿਹੜਾ ਜਾਣੀ ਇੰਪੋਸੀਬਲ ਸ਼ਬਦ ਆ ਨਾ, ਉਹ ਸਿੱਖਾਂ 'ਚ ਨਹੀਂ ਹੈ, ਇੱਥੇ ਸਭ ਕੁਝ ਪੋਸੀਬਲ ਹੈ। ਪ੍ਰਧਾਨ ਸਾਹਿਬ, ਮੈਂ ਮਾਸਟਰ ਜੀ ਦੀ ਗੱਲ ਤੋਂ ਇੱਕ ਗੱਲ ਚੇਤੇ ਆਈ ਮੈਨੂੰ ਵੀ ਇੱਥੇ ਕਿਤੇ ਆਪਾਂ ਫਿਰ ਉਹ ਵਰਸ਼ੇ ਵਾਲਾ ਸਿੰਘ ਨਾ ਖੜਾ ਕਰ ਦਈਏ ਦਰਬਾਰ ਸਾਹਿਬ ਵਾਂਗੂ, ਵੀ ਜਦੋਂ ਵੀ ਕੋਈ ਗਲਤੀ ਕਰਦਾ, ਜਿਵੇਂ ਸਰੋਵਰ 'ਚ ਕੋਈ ਨੰਗੇ ਸਿਰ ਜਾਂਦਾ ਦੂਜਾ ਤੇ ਉਹ ਪਿੱਛੋਂ ਲਿਆ ਕੇ ਮਾਰਦਾ ਛਿਟੀ ਵੀ, ਓਏ ਕਾਕਾ ਇਹ ਗਲਤ ਗੱਲ ਆ। ਤਾਂ ਤੁਹਾਨੂੰ ਲੱਗਦਾ ਵੀ ਇਦਾਂ ਤਾਂ ਨਹੀਂ ਕੁਝ ਕਰਨ ਦੀ ਲੋੜ? ਉਹਨਾਂ ਨੂੰ ਕਿਹੜਾ ਬਖਸ਼ੀ ਜਾਂਦੇ ਆਪਾਂ, ਜਿਹੜਾ ਇੱਥੇ ਬਖਸ਼ ਦੇਣਗੇ। ਇੱਥੇ ਤਾਂ ਅਸੀਂ ਮੈਂ ਤੇ ਆਪਣਾ ਬਿੱਟੂ ਹੁੰਦੇ ਆ, ਜੇ ਕਿਸੇ ਨੂੰ ਕਹਿ ਦਈਏ, ਤੁਸੀਂ ਵੇਖੇ ਹੋਣੇ ਪੋਸਟਰ ਲੱਗੇ ਹੋਏ ਆ ਵੀ ਪ੍ਰੋਪਰ ਡਰੈਸ ਕਿਹੜੀ ਆ ਜਿਹੜੀ ਪਾ ਕੇ ਆਉਣੀ ਗੁਰਦੁਆਰੇ, ਤੇ ਜੇ ਕਿਸੇ ਨੂੰ ਰੋਕ ਦਈਏ ਤੇ ਅੱਗੋਂ ਨਾਸਾਂ ਟੱਟਦੇ ਆ, ਕੀ ਕਰੋਗੇ ਤੁਸੀਂ ਕੌਣ ਹੁੰਦੇ ਸਾਨੂੰ ਕਹਿਣ ਵਾਲੇ? ਅਸੀਂ ਤਾਂ ਐਵੇਂ ਆਵਾਂਗੇ। ਮਤਲਬ ਸਾਨੂੰ ਭਾਈ ਗੁਰੂ ਨੇ ਸਾਨੂੰ ਸਭ ਤੋਂ ਜਿਹੜੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਅਸੀਂ ਅੱਜ ਪੜ੍ਹਨਾ ਲਿਖਣਾ ਛੱਡਤਾ ਹੈ। ਅਸੀਂ ਹੋਰ ਕਿਸੇ 에ਅਰਪੋਰਟ 'ਤੇ ਜਾਈਏ, ਅਸੀਂ ਫਲਾਈਟਾਂ ਵੇਖਦੇ ਰਹਿੰਦੇ ਕਿਹੜੇ ਟਰਮੀਨਲ ਤੋਂ ਚੱਲਣੀ ਹੈ, ਪੁਲਿਸ ਸਟੇਸ਼ਨ ਜਾਈਏ ਤਾਂ ਉੱਥੇ। ਪਰ ਗੁਰਦੁਆਰੇ ਆ ਕੇ ਅਸੀਂ ਕੋਈ ਨੋਟਿਸ ਬੋਰਡ ਨਹੀਂ ਪੜ੍ਹਨਾ, ਕਿਤੇ ਨਹੀਂ ਵੇਖਣਾ ਵੀ ਵਾਸ਼ਰੂਮ ਕਿੱਧਰਲੇ ਪਾਸੇ ਹੈ ਤੇ ਲੰਗਰ ਕਿੱਧਰਲੇ ਪਾਸੇ ਹੈ, ਸਾਡੀ ਘਰ ਦੀ ਪ੍ਰਾਪਰਟੀ ਸਮਝਦੇ ਹਾਂ। ਤੇ ਨਾ ਬਿਲਕੁਲ ਨਹੀਂ, ਇੱਥੇ ਬੋਰਡ ਤਾਂ ਪੜ੍ਹਨਾ ਹੀ ਨਹੀਂ ਨਾ, ਕਸਮ ਹੀ ਪਾ ਲਈ ਵੀ ਅਸੀਂ ਜਿਹੜੇ ਨੋਟਿਸ ਬੋਰਡ ਲੱਗੇ ਆ ਪੜ੍ਹਨਾ ਹੀ ਨਹੀਂ। ਫਿਰ ਇਹ ਤਾਂ ਫਿਰ ਸਾਡਾ ਮਤਲਬ ਤੁਹਾਡੇ ਕਹਿਣ ਮੁਤਾਬਕ ਜਾਂਦਾ ਸੀ ਫਿਰ ਇੱਕ, ਜਿਵੇਂ ਤੁਹਾਨੂੰ ਦੱਸਿਆ ਵੀ ਉਹ ਵਰਸ਼ੇ ਵਾਲਾ ਭਾਈ ਤੇ ਜਾਂ ਫਿਰ ਇੱਕ ਪੁਲਿਸ ਵਾਲਾ ਖੜਾ ਕੀਤਾ ਹੋਵੇ, ਤੇ ਨਾ ਚਾਹੁੰਦੇ ਜਿਵੇਂ ਆਪਾਂ ਡਰ ਜਾਂਦੇ ਆ ਵੀ ਪੁਲਿਸ ਖੜੀ ਆ, ਕਿਵੇਂ ਨਾ ਲਾਈਟਾਂ ਦੇਖ ਕੇ ਲੰਘਣੀਆਂ, ਦੂਜਾ ਦੇਖ ਕੇ ਲੰਘਣਾ। ਮੈਂ ਤਾਂ ਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਵੀ ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਇੰਨੀ ਕੁ ਸਮੱਤ ਬਖਸ਼ ਵੀ ਇਹ ਪੜ੍ਹਨ ਲਿਖਣ ਦੇ ਵਿੱਚ ਰੁਚੀ ਵਧਾਉਣ ਆਦਿ। ਨਹੀਂ, ਪੜ੍ਹਦੇ ਲਿਖਦੇ ਆ, ਪਰ ਇਸ ਕੰਮ ਲਈ ਪੜ੍ਹਨ, ਗੁਰੂ ਦੇ ਘਰੇ ਕਿਵੇਂ ਆਉਣਾ, ਮਰਿਆਦਾ ਕਿਵੇਂ ਰੱਖਣੀ ਆ, ਆਹ ਸਾਰੇ ਫਿਰ ਉਹਦੇ ਵਿੱਚ ਹੀ ਆ ਜਾਂਦੇ ਨੇ ਜੇ ਪੜ੍ਹ ਲਿਖਣਗੇ ਤਾਂ ਹੀ। ਸੋ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਵੇਂ ਮਾਸਟਰ ਜੀ, ਪ੍ਰਧਾਨ ਜੀ ਜਾਂ ਭਾਈ ਸਾਹਿਬ ਨੇ ਸਾਨੂੰ ਦੱਸਿਆ ਵੀ ਕਿਤੇ ਨਾ ਕਿਤੇ ਜਿਹੜੀ ਲੋੜ ਹੈ ਵੀ ਸਾਨੂੰ ਐਜੂਕੇਟ ਹੋਣ ਦੀ ਲੋੜ ਆ, ਪਰ ਜੇ ਦੇਖਿਆ ਜਾਵੇ ਕਿਸ ਪੱਧਰ ਦੀ ਐਜੂਕੇਸ਼ਨ ਸਾਨੂੰ ਚਾਹੀਦੀ ਆ, ਤਾਂ ਕਿ ਜਿਹੜੀ ਅਸੀਂ ਇਸ ਜਿਹੜੀ ਐਜੂਕੇਸ਼ਨ ਐਡੀ ਕਿੱਡੀ ਕੁ ਅਸੀਂ ਲੈ ਲਈ ਵੀ ਜਿਹੜੀ ਸਾਨੂੰ ਗੁਰੂ ਘਰਾਂ ਦੇ ਵਿੱਚ ਆ ਕੇ ਵੀ ਕਿਸ ਤਰ੍ਹਾਂ ਦੀ ਸਾਨੂੰ ਮਰਿਆਦਾ ਰੱਖਣੀ ਚਾਹੀਦੀ ਆ, ਉਸ ਕਿਸਮ ਦੀ ਐਜੂਕੇਸ਼ਨ ਸਾਨੂੰ ਕੌਣ ਦੇਗਾ?
ਇਹ ਇੱਕ ਸਵਾਲ ਹੈ, ਕਿਉਂਕਿ ਜੇ ਐਜੂਕੇਸ਼ਨ ਤਾਂ ਅਸੀਂ ਸਕੂਲਾਂ 'ਚੋਂ ਵੀ ਲੈਂਦੇ ਹਾਂ, ਘਰਾਂ 'ਚੋਂ ਵੀ ਲੈਂਦੇ ਹਾਂ, ਇਹ ਸਾਨੂੰ ਕਿੱਦਾਂ ਨਹੀਂ ਪਤਾ? ਅਸੀਂ ਮਾਂ-ਬਾਪ ਦੇ ਨਾਲ ਆਉਂਦੇ ਛੋਟੇ ਤੋਂ ਵੱਡੇ ਹੋਣ ਤੱਕ, ਕਿੱਦਾਂ ਇੱਥੇ ਆਉਣਾ, ਕਿੱਦਾਂ ਮੱਥਾ ਟੇਕਣਾ, ਕਿੱਦਾਂ ਅਸੀਂ ਗੁਰਮਰਿਆਦਾ 'ਚ ਰਹਿਣਾ, ਅਸੀਂ ਰੌਲਾ ਨਹੀਂ ਪਾਉਣਾ, ਅੰਦਰ ਬੈਠਣਾ। ਪਰ ਫਿਰ ਵੀ ਅਸੀਂ ਜੇ ਚੰਗੇ ਭਲੇ ਜਾਣ ਕੇ ਵੀ ਅਣਜਾਣ ਬਣੀਏ, ਇਸ ਨੂੰ ਤੁਸੀਂ ਕੀ ਕਹੋਗੇ? ਇੱਕ ਸਵਾਲ ਹੈ ਜੀ। ਕੈਮਰਾਮੈਨ ਆਸ਼ੀਸ਼ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਟੋਰਾਂਟੋ, ਕੈਨੇਡਾ।